ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕੁਝ ਇੰਪੋਰਟੈਂਟ MCQs ਕਰਾਂਗੇ। ਇਹ ਸਾਰੇ MCQs ਬਹੁਤ ਹੀ ਇੰਪੋਰਟੈਂਟ ਨੇ ਤੇ ਪੇਪਰ ਨਾਲ ਰਿਲੇਟਡ ਨੇ, ਸੋ ਸਾਰੇ MCQs ਚੰਗੀ ਤਰ੍ਹਾਂ ਪੜ੍ਹਿਓ ਤੇ ਧਿਆਨ ਨਾਲ ਸੁਣਿਓ। ਇਹਦੇ ਵਿੱਚ ਟੋਟਲ 60 ਕੁਐਸਚਨਸ ਆਪਾਂ ਕਵਰ ਕੀਤੇ ਨੇ ਤੇ ਨੈਕਸਟ ਕੁਐਸਚਨਸ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਸੋ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਜੀ। अपना सब तो पहला क्वेश्चन है द बेस्ट मैथड टू ट्रीट डायरिया इन चिल्ड्रन। ਇਹਦਾ ਪੰਜਾਬੀ 'ਚ ਮਤਲਬ ਹੈ ਜੀ ਬੱਚਿਆਂ ਵਿੱਚ ਦਸਤ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਤਰੀਕਾ ਜਾਂ ਤੁਸੀਂ ਕਹਿ ਸਕਦੇ ਹੋ ਟ੍ਰੀਟਮੈਂਟ। ਸਭ ਤੋਂ ਵਧੀਆ ਤਰੀਕਾ ਕਿਹੜਾ ਹੁੰਦਾ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ। ਆਪਾਂ ਇਹਦੇ ਵਿੱਚ ORS ਜਿਹੜਾ ਹੈ ਯੂਜ਼ ਕਰਦੇ ਨੇ। ਇਹ ਛੋਟੇ ਬੱਚਿਆਂ ਦੀ ਗੱਲ ਕੀਤੀ ਗਈ ਹੈ ਇੱਥੇ, ਜਿਹੜੇ 1 ਸਾਲ ਤੋਂ ਛੋਟੇ ਹੁੰਦੇ ਨੇ, ਕਿਉਂਕਿ ਜ਼ਿਆਦਾਤਰ ਇੰਡੀਆ ਦੇ ਵਿੱਚ ਜਿਹੜੇ ਬੱਚੇ ਛੋਟੇ ਹੁੰਦੇ ਨੇ 1 ਸਾਲ ਤੋਂ, ਉਹਨਾਂ ਵਿੱਚ ਦਸਤ ਦੇ ਕਾਰਨ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਨੇ। ਠੀਕ ਹੈ, ਇਸ ਲਈ ORS ਸੋਲਿਊਸ਼ਨ ਸਭ ਤੋਂ ਵਧੀਆ ਜਿਹੜਾ ਮੈਥਡ ਹੈ ਜਿਸ ਦੇ ਨਾਲ ਆਪਾਂ ਬੱਚਿਆਂ ਦੇ ਵਿੱਚ ਡਾਇਰੀਆ ਨੂੰ ਪ੍ਰੀਵੈਂਟ ਕਰ ਸਕਦੇ ਹਾਂ, ਰੋਕ ਸਕਦੇ ਹਾਂ। ਤੁਸੀਂ ਸੁਣਿਆ ਹੀ ਹੋਣਾ ORS ਘੋਲ। ਠੀਕ ਹੈ, ORS ਘੋਲ ਜਿਹੜਾ ਹੈਗਾ ਇਹ ਆਪਾਂ ਘਰੇ ਵੀ ਬਣਾ ਸਕਦੇ ਹਾਂ। ਇਹਦੇ ਪਾਊਚ ਵੀ ਹੁੰਦੇ ਨੇ, ਤੁਸੀਂ ਆਹ ਡਾਇਗਰਾਮ ਦੇਖ ਸਕਦੇ ਹੋ। ਠੀਕ ਹੈ, ਇਹਦੇ ਵਿੱਚ ਸਾਰੀਆਂ ਇਹਦੇ ਵਿੱਚ ਲਿਖੀਆਂ ਹੋਈਆਂ ਕਿ ਕਿਹੜੀ ਚੀਜ਼ ਕਿੰਨੀ ਪਾਈ ਹੋਈ ਹੈ। ਇਹਦੇ ਵਿੱਚ ਮੇਨ ਕੀ ਹੁੰਦਾ ਹੈ, ਸੋਡੀਅਮ ਕਲੋਰਾਈਡ, ਪੋਟਾਸ਼ੀਅਮ ਕਲੋਰਾਈਡ, ਸੋਡੀਅਮ ਸਿਟਰੇਟ ਤੇ ਡੈਕਸਟਰੋਜ਼। ਇਹ ਡਾਇਗਰਾਮ ਨੂੰ ਤੁਸੀਂ ਅਗਰ ਥੋੜਾ ਜਿਹਾ ਜ਼ੂਮ ਕਰਕੇ ਦੇਖੋਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿਹੜੀ ਚੀਜ਼ ਕਿੰਨੀ ਪਾਈ ਗਈ ਹੈ, ਕਿੰਨੇ ਗ੍ਰਾਮ ਹੈ। ਠੀਕ ਹੈ, ਆਪਣਾ ਨੈਕਸਟ ਕੁਐਸਚਨ ਹੈ ਵਾਟ ਇਜ਼ ਦ ਕਲਰ ਕੋਡਿੰਗ ਆਫ BMW ਬੈਗ ਇਨ ਹਸਪੀਟਲਸ ਯੂਜ਼ਡ ਟੂ ਡਿਸਪੋਜ਼ ਆਫ ਬਲੱਡ ਬੈਗਸ। ਮਤਲਬ ਬਲੱਡ ਬੈਗਸ ਜਿਹੜੇ ਹੁੰਦੇ ਨੇ, ਜਿਵੇਂ ਕਿ ਆ ਡਾਇਗਰਾਮ 'ਚ ਦਿਖਾਏ ਗਏ ਨੇ, ਇਹ ਬਲੱਡ ਬੈਗਸ ਹੁੰਦੇ ਨੇ ਜਿਹੜੇ ਆਪਾਂ ਕੀ ਮਰੀਜ਼ ਨੂੰ ਬਲੱਡ ਚਾੜਦੇ ਹਾਂ, ਖੂਨ ਚਾੜਦੇ ਹਾਂ, ਉਹਦੇ ਬੈਗਸ ਨੇ। ਠੀਕ ਹੈ, ਇਹ ਆਪਾਂ ਕਿਹੜੇ ਡਸਟਬਿਨ ਜਾਂ ਤੁਸੀਂ ਕਹਿ ਸਕਦੇ ਹੋ ਬੈਗ ਜਾਂ ਤੁਸੀਂ ਕਹਿ ਸਕਦੇ ਹੋ ਪੋਲੀਥੀਨ ਜਾਂ ਲਿਫਾਫਾ, ਕੁਝ ਵੀ ਲਿਖਿਆ ਆ ਸਕਦਾ ਹੈ ਜੀ, ਤੁਸੀਂ ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਠੀਕ ਹੈ, ਆਪਾਂ ਕਿਸ ਕਲਰ ਦੇ ਡਸਟਬਿਨ ਜਾਂ ਬੈਗ ਦੇ ਵਿੱਚ ਇਹਨਾਂ ਨੂੰ ਡਿਸਕਾਰਡ ਕਰਨਾ ਹੁੰਦਾ। ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਇਆ ਸੀਗਾ, ਬਾਇਓਮੈਡੀਕਲ ਵੇਸਟ ਮੈਨੇਜਮੈਂਟ ਵਾਲਾ ਟੌਪਿਕ ਸੀ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਯੈਲੋ, ਬਲੈਕ, ਰੈਡ ਤੇ ਬਲੂ। ਤੁਹਾਨੂੰ ਅਗਰ ਯਾਦ ਹੋਵੇ ਤਾਂ ਜਿਹੜੀ ਇਨਫੈਕਟਡ ਪਲਾਸਟਿਕ ਆਪਾਂ ਉਹ ਕਿਹਦੇ ਵਿੱਚ ਸੁੱਟਣੀ ਹੁੰਦੀ ਆ, ਰੈਡ ਦੇ ਵਿੱਚ। ਤੇ ਜੋ ਇਨਫੈਕਟਡ ਪਲਾਸਟਿਕ ਹੁੰਦੀ ਹੈ, ਇਨਫੈਕਟਡ ਮਤਲਬ ਕਿ ਮਰੀਜ਼ ਦੇ ਕੰਟੈਕਟ ਦੇ ਵਿੱਚ ਆਈ ਵੀ ਪਲਾਸਟਿਕ ਹੋਗੀ। ਠੀਕ ਹੈ, ਇਹ ਜੋ ਵੀ ਇਨਫੈਕਟਡ ਪਲਾਸਟਿਕ ਜਿਵੇਂ ਕਿ ਰਬੜਸ ਹੋ ਗਈਆਂ, ਕੈਥੇਟਰਸ ਰਬੜ ਦੀਆਂ ਬਣੀਆਂ ਹੁੰਦੀਆਂ, ਜਾਂ ਤੁਹਾਡੇ ਗਲਵਜ਼ ਹੋ ਗਏ, ਜਾਂ ਬਲੱਡ ਬੈਗਸ ਹੋ ਗਏ, ਜਾਂ ਯੂਰਿਨ ਬੈਗਸ ਹੋ ਗਏ, ਉਹ ਸਾਰੇ ਆਪਾਂ ਰੈਡ ਬਕਟ ਦੇ ਵਿੱਚ ਡਿਸਕਾਰਡ ਕਰਨੇ ਹੁੰਦੇ ਨੇ। ਆਪਣਾ ਥਰਡ ਕੁਐਸਚਨ ਹੈ ਜੀ ਮਨੁੱਖੀ ਸਰੀਰ ਦੀ pH ਨਾਰਮਲ pH ਵੈਲਿਊ ਕਿੰਨੀ ਹੁੰਦੀ ਹੈ। pH ਦਾ ਮਤਲਬ ਤੁਹਾਨੂੰ ਪਤਾ ਹੀ ਹੋਊਗਾ, pH ਕੀ ਹੁੰਦੀ ਹੈ, ਤੁਸੀਂ 8ਵੀਂ ਤੱਕ ਪੜ੍ਹਿਆ ਹੋਇਆ। ਇਹ ਇੱਕ ਸਕੇਲ ਹੁੰਦਾ, ਅਗਰ ਤੁਹਾਨੂੰ ਯਾਦ ਹੋਵੇ pH ਸਕੇਲ। ਠੀਕ ਹੈ, ਜਿਹਦੇ ਵਿੱਚ 0 ਤੋਂ 14 ਤੱਕ ਆਪਾਂ ਨੂੰ ਗ੍ਰੇਡ ਦਿੱਤੇ ਹੁੰਦੇ ਨੇ। ਠੀਕ ਹੈ, 0 1 2 3 4 5 6 7 8 9 10 11 12 13 14। ਠੀਕ ਹੈ, ਇਹਦੇ ਵਿੱਚ 0 to 14 ਦਿੱਤਾ ਹੁੰਦਾ ਹੈ ਆਪਾਂ ਨੂੰ ਸਕੇਲ, ਤੇ ਇਹਦੇ ਵਿੱਚ ਇਹਨਾਂ ਨੂੰ 3 ਦੇ ਵਿੱਚ ਡਿਵਾਈਡ ਕੀਤਾ ਹੁੰਦਾ, 0 to 6, ਫਿਰ 7 ਅਲੱਗ ਹੁੰਦਾ। ਠੀਕ ਹੈ, 8 to 14। ਤੇ ਜਿਹੜਾ 0 to 6 ਹੁੰਦਾ ਆ, 0 to 6 ਨੂੰ ਮੰਨ ਲੈਂਦੇ ਆਪਾਂ ਐਸਿਡਿਕ। ਠੀਕ ਹੈ, ਐਸਿਡਿਕ ਮਤਲਬ ਤੇਜ਼ਾਬ ਨਾਲ ਰਿਲੇਟਡ ਹੋ ਗਿਆ। ਸੈਂਟਰ ਦੇ ਵਿੱਚ ਠੀਕ ਹੈ ਜਿਹੜੇ 3.678 ਇਹਨਾਂ ਨੂੰ ਨਿਊਟਰਲ ਕਿਹਾ ਜਾਂਦਾ। ਤੇ ਲਾਸਟ ਵਾਲੇ ਜਿਹੜੇ ਪੁਆਇੰਟਸ ਰਹਿ ਜਾਂਦੇ ਨੇ ਅਪ ਟੂ 14 ਤੱਕ, ਇਹਨਾਂ ਨੂੰ ਆਪਾਂ ਐਲਕਲੀਨ ਕਹਿੰਦੇ ਆ। ਠੀਕ ਹੈ, ਇਹ ਐਲਕਲੀਨ ਕੈਟੇਗਰੀ 'ਚ ਆਉਂਦੇ ਨੇ। ਐਸਿਡਿਕ ਮਤਲਬ ਤੇਜ਼ਾਬੀ, ਨਿਊਟਰਲ ਮਤਲਬ ਖਾਰਾ, ਤੇ ਐਲਕਲੀਨ ਮਤਲਬ ਨਮਕੀਨ ਜਾਂ ਲੂਣ ਵਾਲਾ ਕਹਿ ਦਿੰਦੇ ਆ। ਠੀਕ ਹੈ, ਇਹ ਸਕੇਲ ਹੁੰਦਾ ਜਿਹੜਾ ਆਪਾਂ ਯੂਜ਼ ਕਰਦੇ ਹਾਂ। ਇਹ ਸਕੇਲ ਦੇ ਅਕੋਰਡਿੰਗ ਆਪਾਂ ਹਰ ਇੱਕ ਚੀਜ਼ ਦੀ ਵੈਲਿਊ ਦੇਖਦੇ ਹੁੰਦੇ ਹਾਂ ਕਿ ਬਲੱਡ ਦੇ ਵਿੱਚ, ਵਾਟਰ ਦੇ ਵਿੱਚ ਜਿਹੜੀ pH ਵੈਲਿਊ ਉਹ ਕਿੰਨੀ ਹੈ। ਜਿਵੇਂ ਇਹਦੇ ਵਿੱਚ ਆਪਾਂ ਨੂੰ ਬਲੱਡ ਦੀ ਪੁੱਛਿਆ ਗਿਆ, ਮਨੁੱਖੀ ਸਰੀਰ 'ਚ ਜਿਹੜਾ ਬਲੱਡ ਹੁੰਦਾ ਉਹਦੀ pH ਨਾਰਮਲ pH ਕਿੰਨੀ ਹੁੰਦੀ ਹੈ। ਇਹਦੇ ਵਿੱਚ ਇਹਦਾ ਆਨਸਰ ਹੈ ਜੀ 7.35 to 7.45। ਠੀਕ ਹੈ, ਜਿਹੜੀ ਨਾਰਮਲ pH ਹੈ ਹਿਊਮਨ ਬਲੱਡ ਦੀ ਉਹ 7.35 to 7.45 ਹੁੰਦੀ ਹੈ। ਨੈਕਸਟ ਹੈ ਜੀ ਭਾਰਤ ਵਿੱਚ ਅੰਧਰਾਤੇ ਦਾ ਮੁੱਖ ਕਾਰਨ ਕੀ ਹੈ। ਮਤਲਬ ਜਿਹੜੇ ਆਪਣੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਨੇ, ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਖਰਾਬ ਹੁੰਦੀਆਂ ਨੇ, ਨਿਗਾਹ ਚਲੀ ਜਾਂਦੀ ਹੈ, ਉਹਨਾਂ ਦਾ ਮੇਨ ਠੀਕ ਹੈ ਕਾਰਨ ਕੀ ਹੁੰਦਾ। ਤੁਸੀਂ ਅਗਰ ਦੇਖਿਆ ਹੋਵੇ ਕਿ ਜ਼ਿਆਦਾਤਰ ਆਪਣੇ ਇੰਡੀਆ ਦੇ ਵਿੱਚ ਜਿਹੜੇ ਅਬਵ 50 ਇਅਰਸ ਹੁੰਦੇ ਨੇ, ਉਹਨਾਂ ਵਿੱਚ ਨਿਗਾਹ ਜਿਹੜੀ ਹੁੰਦੀ ਛੇਤੀ ਚਲੇ ਜਾਂਦੀ ਆ, ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਹੁੰਦੀ ਆ। ਉਹਦਾ ਕਾਰਨ ਕੀ ਹੁੰਦਾ ਆ, ਕੈਟਰੈਕਟ। ਕੈਟਰੈਕਟ ਮਤਲਬ ਮੋਤੀਆ।
ठीक है। ਜਿਹੜਾ ਮੇਨ ਕਾਰਨ ਹੈਗਾ ਬਲਾਈਂਡਨੈਸ ਦਾ ਉਹ ਮੋਤੀਆ ਆਪਣੇ ਇੰਡੀਆ ਦੇ ਵਿੱਚ। ਕਿਹੜਾ ਮੋਤੀਆ ਜ਼ਿਆਦਾਤਰ ਹੁੰਦਾ ਹੈ? ਚਿੱਟਾ ਮੋਤੀਆ ਹੁੰਦਾ ਜੀ, ਠੀਕ ਹੈ। ਮੋਸਟ ਕਾਮਨ ਕਾਜ਼ ਆਫ ਬਲਾਈਂਡਨੈਸ ਇਨ ਇੰਡੀਆ ਇਜ਼ ਕੈਟਰੈਕਟ। ਕੈਟਰੈਕਟ ਹੈਗਾ ਚਿੱਟਾ ਮੋਤੀਆ, ਸੌਰੀ ਮੋਤੀਆ ਜਿਹੜਾ ਚਿੱਟਾ ਜਾਂ ਕਾਲਾ ਦੋ ਤਰ੍ਹਾਂ ਦਾ ਹੁੰਦਾ ਹੈ। ਜ਼ਿਆਦਾਤਰ ਇੰਡੀਆ ਦੇ ਵਿੱਚ ਚਿੱਟਾ ਮੋਤੀਆ, ਉਹਦੇ ਕਰਕੇ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਜ਼ਿਆਦਾਤਰ 50 ਸਾਲ ਤੋਂ ਬਾਅਦ ਜਿਹੜੀ ਇਹ ਕੰਡੀਸ਼ਨ ਆਉਂਦੀ ਹੈ। ਹਾਂਜੀ, ਨੈਕਸਟ ਹੈ ਕੁਐਸਚਨ ਨੰਬਰ 5। ਸਰੀਰ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਵਾਲਾ ਧੁਰਾ ਕਿੱਥੇ ਸਥਾਪਿਤ ਹੁੰਦਾ ਹੈ? ਮਤਲਬ ਹੀਟ ਰੈਗੂਲੇਟਰੀ ਸੈਂਟਰ ਆਫ ਦਾ ਬੋਡੀ। ਇਹ ਆਪਣੇ ਕਿੱਥੇ ਹੁੰਦਾ ਜੀ? ਬ੍ਰੇਨ ਦੇ ਵਿੱਚ, ਦਿਮਾਗ ਦੇ ਵਿੱਚ, ਠੀਕ ਹੈ। ਬ੍ਰੇਨ ਦੀ ਹੈਗੀ ਹੈ ਜੋ ਡਾਇਗਰਾਮ ਹੈ। ਤੇ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਹੀਟ ਰੈਗੂਲੇਟਰੀ ਸੈਂਟਰ ਹੁੰਦਾ ਕਿਹੜਾ ਆ। ਉਹ ਹੁੰਦਾ ਜੀ ਹਾਈਪੋਥੈਲੇਮਸ। ਹਾਈਪੋਥੈਲੇਮਸ ਕੀ ਕਰਦਾ ਹੈ? ਆਪਣੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਇਹ ਲੋਕੇਟਡ ਕਿੱਥੇ ਹੈ? ਸਥਾਪਿਤ ਮਤਲਬ ਸਥਿਤ ਕਿੱਥੇ ਹੁੰਦਾ ਆ? ਦੇਖੋ ਡਾਇਗਰਾਮ ਦੇਖੋ, ਜਿਹੜਾ ਹਾਈਪੋਥੈਲੇਮਸ ਹੁੰਦਾ ਹੈ, ਜੋ ਛੋਟਾ ਜਿਹਾ ਪਿੰਕ ਪੋਰਸ਼ਨ ਹੈ, ਠੀਕ ਹੈ, ਇਹ ਕੀ ਹੁੰਦਾ? ਹਾਈਪੋਥੈਲੇਮਸ ਹੁੰਦਾ। ਇਹ ਕੀ ਕਰਦਾ? ਰੈਗੂਲੇਟਰੀ ਜਿਹੜਾ ਹੈਗਾ ਹੀਟ ਨੂੰ ਰੈਗੂਲੇਟ ਕਰਦਾ, ਆਪਣੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ। ਆਪਣਾ ਸਰੀਰ ਠੰਡਾ ਹੁੰਦਾ ਜਾਂ ਗਰਮ ਹੁੰਦਾ ਹੈ ਉਹ ਇਹਦੇ ਅਕੋਰਡਿੰਗ ਹੁੰਦਾ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਕਈ ਵਾਰ ਪੁੱਛ ਲੈਂਦੇ ਨੇ ਕਿ ਬ੍ਰੇਨ ਦੇ ਪਾਰਟਸ ਕਿਹੜੇ ਹੁੰਦੇ ਨੇ। ਬ੍ਰੇਨ ਦੇ ਦੇਖੋ ਜੀ ਮੇਨ ਪਾਰਟਸ ਹੁੰਦੇ ਨੇ ਸੈਰੇਬਰਮ, ਇਹਨੂੰ ਸੈਰੇਬਰਮ ਕਹਿੰਦੇ ਨੇ, ਠੀਕ ਹੈ। ਇੱਕ ਹੁੰਦਾ ਹੈ ਮੈਡੂਲਾ ਓਬਲੈਂਗੇਟਾ, ਇਹਦੇ ਵਿੱਚ ਲਿਖਿਆ ਵੀ ਹੋਇਆ, ਠੀਕ ਹੈ, ਮੈਡੂਲਾ ਓਬਲੈਂਗੇਟਾ, ਠੀਕ ਹੈ। ਇਹ ਹੁੰਦਾ ਹੈ ਸੈਰੇਬੈਲਮ। ਉਹ ਸੈਰੇਬਰਮ ਸੀਗਾ, ਇਹ ਸੈਰੇਬੈਲਮ ਹੈ, LLUM। ਤੇ ਇਹਦੇ ਵਿੱਚ ਇਸ ਤੋਂ ਇਲਾਵਾ ਹੋਰ ਇਹਨੂੰ ਕਿਹਾ ਜਾਂਦਾ ਪੋਨਸ, ਠੀਕ ਹੈ। ਜਿਹੜਾ ਇਹ ਸਾਰਾ ਪੋਰਸ਼ਨ ਆਉਂਦਾ ਹੈ ਇਹ ਲਿੰਬਿਕ ਸਿਸਟਮ ਕਹਿੰਦੇ ਨੇ ਇਹਨੂੰ, ਲਿੰਬਿਕ ਸਿਸਟਮ, ਠੀਕ ਹੈ। ਤੇ ਜਿਹੜਾ ਅੰਦਰ ਲਾਈਟ ਪਿੰਕ ਕਲਰ ਦਾ ਇਹਨੂੰ ਕੀ ਕਹਿੰਦੇ ਨੇ? ਥੈਲੇਮਸ ਕਹਿੰਦੇ ਨੇ, ਠੀਕ। ਅਗਲਾ ਹੈ ਜੀ ਹਾਂਜੀ, ਅਗਲਾ ਬੱਚਿਆਂ ਵਿੱਚ ਕਿਸ ਕਿਸਮ ਦਾ ਫ੍ਰੈਕਚਰ ਜ਼ਿਆਦਾ ਪਾਇਆ ਜਾਂਦਾ ਹੈ? ਛੋਟੇ ਬੱਚਿਆਂ ਦੇ ਵਿੱਚ ਕਿਹੜਾ ਫ੍ਰੈਕਚਰ ਹੈ ਜਿਹੜਾ ਜ਼ਿਆਦਾ ਹੁੰਦਾ ਹੈ? ਕਿਹੜਾ ਹੁੰਦਾ ਉਹ? ਗ੍ਰੀਨ ਸਟਿਕ ਫ੍ਰੈਕਚਰ। ਗ੍ਰੀਨ ਸਟਿਕ ਫ੍ਰੈਕਚਰ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਬੱਚੇ ਤੁਸੀਂ ਦੇਖਿਆ ਜ਼ਿਆਦਾਤਰ ਬੱਚਿਆਂ ਦੇ ਜਿਹੜੀਆਂ ਬਾਹਾਂ ਹੁੰਦੀਆਂ ਨੇ ਉਹਦੇ ਵਿੱਚ ਫ੍ਰੈਕਚਰ ਹੋ ਜਾਂਦਾ ਹੈ। ਗ੍ਰੀਨ ਸਟਿਕ ਕੀ ਹੁੰਦਾ? ਗ੍ਰੀਨ ਸਟਿਕ ਦੇ ਨਾਮ ਤੋਂ ਹੀ ਦੇਖੋ ਪਤਾ ਲੱਗਦਾ ਹੈ। ਗ੍ਰੀਨ ਜਿਹੜੀ ਥੋੜੀ ਜਿਹੀ ਗ੍ਰੀਨ ਕਲਰ ਦੀ ਹਰੀ ਹੁੰਦੀ ਹੈ, ਸਟਿਕ ਮਤਲਬ ਸੋਟੀ ਕਹਿ ਲਓ ਜਾਂ ਕੋਈ ਟਾਹਣੀ ਕਹਿ ਲਓ, ਜਿੱਦਾਂ ਉਹ ਟੁੱਟਦੀ ਹੈ ਉਸ ਤਰ੍ਹਾਂ ਇਹਦੇ ਵਿੱਚ ਫ੍ਰੈਕਚਰ ਹੋ ਜਾਂਦਾ। ਗ੍ਰੀਨ ਸਟਿਕ 'ਚ ਮੰਨ ਲਓ ਇਹ ਇੱਕ ਆਪਣੇ ਕੋਲ ਸਟਿਕ ਹੈ, ਜਦੋਂ ਇਹ ਟੁੱਟਦੀ ਹੈ ਇੱਥੋਂ ਤੱਕ ਕੀ ਹੁੰਦਾ ਹੈ ਕਿ ਜਿਹੜਾ ਇਹ ਪੋਰਸ਼ਨ ਹੈ ਇਹ ਥੋੜਾ ਜਿਹਾ ਨਾਲ ਅਟੈਚ ਰਹਿ ਜਾਂਦਾ ਤੇ ਬਾਕੀ ਲੈ ਜਾਂਦਾ ਹੈ, ਹਨਾ। ਥੋੜਾ ਜਿਹਾ ਜਿਹੜਾ ਪੋਰਸ਼ਨ ਜਦੋਂ ਤੁਸੀਂ ਸੋਟੀ ਕੋਈ ਤੋੜ ਤੁਸੀਂ ਦੇਖਿਆ ਹੋਣਾ ਤੋੜ ਕੇ ਕਿ ਜਿਹੜਾ ਥੋੜਾ ਜਿਹਾ ਪੋਰਸ਼ਨ ਹੈ ਉਹਦਾ ਨਾਲ ਅਟੈਚ ਰਹਿ ਜਾਂਦਾ, ਇਹਨੂੰ ਗ੍ਰੀਨ ਸਟਿਕ ਫ੍ਰੈਕਚਰ ਕਹਿੰਦੇ ਨੇ। ਹਾਂਜੀ, ਆਪਣਾ ਨੈਕਸਟ ਕੁਐਸਚਨ ਹੈ ਗਰਭਵਤੀ ਔਰਤ ਨੂੰ ਹਸਪਤਾਲ ਵਿੱਚ ਕਿੰਨੀ ਵਾਰ ਚੈੱਕਅਪ ਲਈ ਜਾਣਾ ਚਾਹੀਦਾ ਹੈ? ਗਰਭਵਤੀ ਔਰਤ ਨੂੰ ਮਤਲਬ ਜਿਹੜੀ ਪ੍ਰੈਗਨੈਂਟ ਲੇਡੀ ਹੈ ਉਹਨੂੰ ਕਿੰਨੇ ਐਂਟੀਨੇਟਲ ਚੈੱਕਅਪਸ ਕਰਵਾਉਣੇ ਚਾਹੀਦੇ ਨੇ? ਇਹ ਐਂਟੀਨੇਟਲ ਚੈੱਕਅਪਸ ਨੂੰ ਆਪਾਂ ANC ਵੀ ਕਹਿੰਦੇ ਆ। ਇਹ WHO ਨੇ ਦੱਸਿਆ ਹੋਇਆ, ਇਹਨਾਂ ਨੇ ਨਿਰਧਾਰਿਤ ਕੀਤਾ ਹੋਇਆ ਕਿ ਇੱਕ ਜਿਹੜੀ ਪ੍ਰੈਗਨੈਂਟ ਹੈ ਉਹਦੇ ਇੰਨੇ ਚੈੱਕਅਪਸ ਹੋਣੇ ਜ਼ਰੂਰੀ ਨੇ। ਕਿੰਨੇ ਹੁੰਦੇ ਆ ਜੀ? ਉਹ ਕਿੰਨੀਆਂ ਵਿਜ਼ਿਟਸ ਕਰਨੀਆਂ ਹੁੰਦੀਆਂ ਨੇ? 4, ਠੀਕ ਹੈ। ਇੱਕ ਪ੍ਰੈਗਨੈਂਟ ਲੇਡੀ ਦੀਆਂ 4 ਵਿਜ਼ਿਟ ਹੋਣੀਆਂ ਜ਼ਰੂਰੀ ਹੁੰਦੀਆਂ ਨੇ। ਅਗਲਾ ਹੈ ਜੀ ਪਲਸ ਪੋਲੀਓ ਦਾ ਪਹਿਲਾ ਰਾਊਂਡ ਕਦੋਂ ਹੋਇਆ ਸੀ? ਪਹਿਲਾ ਰਾਊਂਡ ਮਤਲਬ ਪਲਸ ਪੋਲੀਓ ਸਟਾਰਟ ਕਦੋਂ ਹੋਇਆ ਸੀਗਾ, ਜਿਹੜਾ ਇਮੂਨਾਈਜੇਸ਼ਨ ਰਾਊਂਡ ਹੈ। ਸੋ ਜਿਹੜਾ ਪਲਸ ਪੋਲੀਓ ਦਾ ਪਹਿਲਾ ਰਾਊਂਡ ਸੀ ਇੰਡੀਆ ਦੇ ਵਿੱਚ ਉਹ ਕਦੋਂ ਹੋਇਆ ਸੀ? ਦਸੰਬਰ 1995 ਦੇ ਵਿੱਚ, ਠੀਕ ਹੈ। ਇਹ ਪਲਸ ਪੋਲੀਓ ਜਿਹੜਾ ਹੈਗਾ ਇੱਥੋਂ ਸ਼ੁਰੂ ਹੋਇਆ ਸੀ। ਤੁਹਾਨੂੰ ਪਤਾ ਹੀ ਹੋਣਾ ਕਿ ਘਰਾਂ ਦੇ ਵਿੱਚ ਆ ਕੇ ਬੱਚਿਆਂ ਨੂੰ ਪੋਲੀਓ ਦੇ ਬੂੰਦਾਂ ਪਿਆਈ ਜਾਂਦੀਆਂ ਨੇ, ਉਹਨੂੰ ਰਾਊਂਡ ਕਹਿੰਦੇ ਨੇ, ਠੀਕ ਹੈ। ਪਲਸ ਪੋਲੀਓ ਰਾਊਂਡ, ਇਹ ਰਾਊਂਡ ਸੀਗਾ ਜਿਹੜਾ ਦਸੰਬਰ 1995 ਦੇ ਵਿੱਚ ਪਹਿਲਾਂ ਹੋਇਆ ਸੀ, ਸ਼ੁਰੂ ਕੀਤਾ ਗਿਆ ਸੀ ਉਦੋਂ। ਨੈਕਸਟ ਹੈ ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ? ਠੀਕ ਹੈ, ਕਿੰਨੀ % ਜਿਹੜਾ ਵਾਟਰ ਹੁੰਦਾ ਆਪਣੇ ਹਿਊਮਨ ਬਾਡੀ ਦੇ ਵਿੱਚ ਹੁੰਦਾ? ਸਾਰਿਆਂ ਨੂੰ ਪਤਾ ਹੋਣਾ 60% ਜਿਹੜਾ ਹੈਗਾ ਵਾਟਰ ਉਹ ਹਿਊਮਨ ਬਾਡੀ ਦੇ ਵਿੱਚ ਪਾਇਆ ਜਾਂਦਾ। ਅਗਲਾ ਹੈ ਜ਼ਖਮ ਨੂੰ ਠੀਕ ਕਰਨ ਵਿੱਚ ਕਿਹੜਾ ਵਿਟਾਮਿਨ ਸਹਾਇਕ ਹੁੰਦਾ ਹੈ? ਜ਼ਖਮ ਨੂੰ ਠੀਕ ਕਰਨ ਦੇ ਵਿੱਚ ਕਿਹੜੇ ਵਿਟਾਮਿਨ ਦੀ ਜ਼ਰੂਰਤ ਪੈਂਦੀ ਹੈ ਜੀ? ਵਿਟਾਮਿਨ ਸੀ ਦੀ। ਜਿਹੜਾ ਵਿਟਾਮਿਨ ਸੀ ਹੈ ਇਹ ਕੀ ਹੈ? ਬਹੁਤ ਹੀ ਇੰਪੋਰਟੈਂਟ ਹੈ ਆਪਣੇ ਜ਼ਖਮ ਨੂੰ ਠੀਕ ਕਰਨ ਦੇ ਲਈ, ਠੀਕ ਹੈ। ਇਹ ਹੀਲਿੰਗ ਪ੍ਰੋਸੈਸ ਦੇ ਵਿੱਚ ਹੈਲਪ ਕਰਦਾ ਹੈ। ਅਗਲਾ ਹੈ ਜੀ ਹਸਪਤਾਲ ਵਿੱਚ ਸਭ ਤੋਂ ਜ਼ਿਆਦਾ ਹੋਣ ਵਾਲੀ ਲਾਗ ਦੀ ਬਿਮਾਰੀ
ਕਿਹੜੀ ਹੁੰਦੀ ਹੈ? ਦ ਮੋਸਟ ਕਾਮਨ ਸਾਈਟ ਆਫ ਹਸਪੀਟਲ ਐਕਵਾਇਰਡ ਇਨਫੈਕਸ਼ਨ ਔਰ ਨੋਜ਼ੋਕੋਮਲ ਇਨਫੈਕਸ਼ਨ। ਜਿਹੜੀ ਹਸਪਤਾਲ ਦੇ ਵਿੱਚ ਜ਼ਿਆਦਾਤਰ ਲਾਗ ਜਾਂ ਤੁਸੀਂ ਕਹਿ ਲਓ ਇਨਫੈਕਸ਼ਨ ਹੁੰਦੀ ਹੈ ਉਹਨੂੰ ਆਪਾਂ ਹਸਪੀਟਲ ਐਕਵਾਇਰਡ ਇਨਫੈਕਸ਼ਨ ਜਾਂ ਨੋਜ਼ੋਕੋਮਲ ਇਨਫੈਕਸ਼ਨ ਵੀ ਕਹਿੰਦੇ ਹਾਂ। ਮੰਨ ਲਓ ਹਸਪੀਟਲ ਦੇ ਵਿੱਚ ਜਿਹੜਾ ਮਰੀਜ਼ ਐਡਮਿਟ ਹੈ ਉਹ ਮਰੀਜ਼ ਨੂੰ ਜਿਹੜੀ ਬਿਮਾਰੀ ਹੈ ਉਸ ਤੋਂ ਇਲਾਵਾ ਕਈ ਵਾਰ ਉੱਥੇ ਇਨਫੈਕਸ਼ਨ ਵੀ ਹੋ ਜਾਂਦੀ ਆ। ਜਿਹੜੀ ਇਨਫੈਕਸ਼ਨ ਹੁੰਦੀ ਆ ਉਹ ਕਿਸ ਚੀਜ਼ ਦੀ ਹੁੰਦੀ ਹੈ ਜੀ? ਯੂਰੇਨਰੀ ਟਰੈਕਟ ਦੀ ਇਨਫੈਕਸ਼ਨ। ਠੀਕ ਹੈ, ਹੋਰ ਬਾਕੀ ਇਹਨਾਂ ਵਿੱਚੋਂ ਕੋਈ ਇਨਫੈਕਸ਼ਨ ਛੇਤੀ ਨਹੀਂ ਹੁੰਦੀ ਜਿੰਨੀ ਛੇਤੀ ਯੂਰੇਨਰੀ ਟਰੈਕਟ ਦੀ ਇਨਫੈਕਸ਼ਨ ਹੁੰਦੀ ਹੈ। ਅਗਰ ਪੇਸ਼ੈਂਟ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਅਤੇ ਉੱਥੇ ਐਡਮਿਟ ਹੈ, ਉਹਦੇ ਕੈਥਰਾਈਜੇਸ਼ਨ ਹੋਈ ਵੀ ਹੈ, ਕੈਥੇਟਰ ਪਾਈ ਹੋਈ ਹੈ, ਤਾਂ ਉਹਨੂੰ ਸਭ ਤੋਂ ਜ਼ਿਆਦਾ ਇਨਫੈਕਸ਼ਨ ਯੂਰੇਨਰੀ ਟਰੈਕਟ ਦੀ ਹੋਏਗੀ। ਕਿਉਂਕਿ ਕੈਥੇਟਰ ਠੀਕ ਹੈ ਪਾਈ ਹੋਈ ਹੈ, ਕੈਥੇਟਰ ਪਾਉਣ ਦੇ ਕਾਰਨ ਜ਼ਿਆਦਾ ਇਨਫੈਕਸ਼ਨ ਹੁੰਦੀ ਹੈ ਕਿਉਂਕਿ ਉੱਥੇ ਬੈਕਟੀਰੀਆਜ਼ ਜ਼ਿਆਦਾ ਗਰੋ ਕਰਦੇ ਆ। ਠੀਕ ਹੈ, ਕੈਥਰਾਈਜੇਸ਼ਨ ਦੇ ਕਰਕੇ ਯੂਰੇਨਰੀ ਟਰੈਕਟ ਇਨਫੈਕਸ਼ਨ ਬਹੁਤ ਜ਼ਿਆਦਾ ਹਸਪੀਟਲ ਦੇ ਵਿੱਚ ਹੁੰਦੀ ਹੈ ਜੀ ਜਿਹੜੇ ਮਰੀਜ਼ ਹੁੰਦੇ ਨੇ। ਅਗਲਾ ਹੈ ਹਸਪੀਟਲ ਵਿੱਚ ਇੱਕ ਦੂਜੇ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਇੱਕ ਦੂਜੇ ਤੋਂ ਫੈਲਣ ਵਾਲੀ ਬਿਮਾਰੀਆਂ ਨੂੰ ਕੀ ਕਹਿੰਦੇ ਆਪਾਂ? ਕ੍ਰਾਸ ਇਨਫੈਕਸ਼ਨ। ਠੀਕ ਹੈ, ਕ੍ਰਾਸ ਇਨਫੈਕਸ਼ਨ ਕਹਿੰਦੇ ਆ। ਹਸਪੀਟਲ ਦੇ ਵਿੱਚ ਜ਼ਿਆਦਾਤਰ ਕ੍ਰਾਸ ਇਨਫੈਕਸ਼ਨ ਬਹੁਤ ਹੁੰਦੀ ਹੈ। ਆਪਾਂ ਇਹਨੂੰ ਕਿਵੇਂ ਰੋਕ ਸਕਦੇ ਹਾਂ? ਦੇਖੋ ਇੱਕ ਆਪਣੇ ਕੋਲ ਯੂਨੀਵਰਸਲ ਪ੍ਰੀਕਾਸ਼ਨਸ ਹੁੰਦੀਆਂ ਨੇ। ਯੂਨੀਵਰਸਲ ਪ੍ਰੀਕਾਸ਼ਨਸ, ਇਹ ਕੁਐਸਚਨ ਵੀ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਕਿ ਇਹ ਹੈ ਕਿ WHO ਨੇ ਇੱਕ ਸੈੱਟ ਕੀਤਾ ਹੋਇਆ ਯੂਨੀਵਰਸਲ ਪ੍ਰੀਕਾਸ਼ਨਸ ਨੂੰ ਕਿ ਤੁਸੀਂ ਕਿਵੇਂ ਕਿ ਤੁਸੀਂ ਅਗਰ ਹਸਪੀਟਲ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਉੱਥੇ ਕਿਸ ਚੀਜ਼ ਦਾ ਧਿਆਨ ਰੱਖਣਾ। ਜਿਵੇਂ ਹੈਂਡ ਵਾਸ਼ਿੰਗ, ਇਹ ਕੀ ਇੱਕ ਯੂਨੀਵਰਸਲ ਪ੍ਰੀਕਾਸ਼ਨ ਹੈ। ਇਸ ਤੋਂ ਇਲਾਵਾ ਹੋਰ ਕੀ ਹੋ ਸਕਦੀਆਂ ਨੇ? ਗਲਵਸ ਪਾਉਣੇ, ਮਾਸਕ ਪਾਉਣਾ, PPE ਕਿੱਟਾਂ ਪਾਉਣੀਆਂ। ਠੀਕ ਹੈ, ਇਹ ਸਾਰੇ ਯੂਨੀਵਰਸਲ ਪ੍ਰੀਕਾਸ਼ਨਸ ਦੇ ਅੰਡਰ ਆ ਜਾਂਦਾ। ਸੋ ਇਹਦੇ ਵਿੱਚ ਆਪਾਂ ਕ੍ਰਾਸ ਇਨਫੈਕਸ਼ਨ ਦਾ ਮਤਲਬ ਇਹ ਹੈ ਕਿ ਇੱਕ ਦੂਜੇ ਤੋਂ ਮੰਨ ਲਓ ਇੱਕ ਮਰੀਜ਼ ਉੱਥੇ ਦਾਖਲ ਹੈ ਹਸਪੀਟਲ ਦੇ ਵਿੱਚ ਅਤੇ ਉਹ ਮਰੀਜ਼ ਨੂੰ ਕੋਈ ਇਨਫੈਕਸ਼ਨ ਹੋਈ ਵੀ ਹੈ, ਕੋਈ ਬਿਮਾਰੀ ਹੈ, ਲਾਗ ਦੀ ਬਿਮਾਰੀ ਹੈ, ਅਤੇ ਉੱਥੇ ਇੱਕ ਹੋਰ ਮਰੀਜ਼ ਵੀ ਪਿਆ, ਦੋ ਮਰੀਜ਼ ਨੇ, ਉਹ ਮਰੀਜ਼ ਨੂੰ ਕੋਈ ਹੋਰ ਬਿਮਾਰੀ ਹੈ। ਅਗਰ ਜਿਹੜਾ ਵੀ ਉਸ ਦੀ ਪਹਿਲੇ ਮਰੀਜ਼ ਦੀ ਦੇਖਭਾਲ ਕਰ ਰਿਹਾ ਅਗਰ ਉਹ ਆਪਣੇ ਹੱਥ ਚੰਗੀ ਤਰ੍ਹਾਂ ਨਹੀਂ ਧੋਂਦਾ ਅਤੇ ਦੂਸਰੇ ਮਰੀਜ਼ ਕੋਲ ਉਵੇਂ ਪਹੁੰਚ ਜਾਂਦਾ ਤਾਂ ਇਸ ਮਰੀਜ਼ ਦੀ ਜਿਹੜੀ ਬਿਮਾਰੀ ਹੋਏਗੀ ਉਹ ਦੂਸਰੇ ਨੂੰ ਲੱਗ ਸਕਦੀ ਹੈ। ਇਸ ਲਈ ਕ੍ਰਾਸ ਇਨਫੈਕਸ਼ਨ ਇਹੀ ਕ੍ਰਾਸ ਹੋ ਗਈ ਨਾ, ਇੱਧਰੋਂ ਇੱਧਰ ਨੂੰ ਚਲੀ ਗਈ। ਇਸ ਕ੍ਰਾਸ ਇਨਫੈਕਸ਼ਨ ਨੂੰ ਪ੍ਰੀਵੈਂਟ ਕਰਨ ਲਈ ਕੀ ਕਰਦੇ ਆ? ਹੈਂਡ ਵਾਸ਼ਿੰਗ ਕਰਦੇ ਆ। ਨੈਕਸਟ ਹੈ ਦ ਵੇਟ ਆਫ ਨਿਊਬੋਰਨ ਬੇਬੀ ਸ਼ੁੱਡ ਬੀ। ਨਵਜਾਤ ਬੱਚੇ ਦਾ ਵਜ਼ਨ ਕਿੰਨਾ ਹੋਣਾ ਚਾਹੀਦਾ ਹੈ? ਦੇਖੋ ਜਿਹੜਾ ਆਊਟ ਆਫ ਇੰਡੀਆ ਦੀ ਅਗਰ ਗੱਲ ਕਰੀਏ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਉਹਦੇ ਵਿੱਚ 3.5 ਜਿਹੜਾ ਹੈਗਾ ਆ 3.5 ਕਿਲੋਗ੍ਰਾਮ, 3.5 ਕਿਲੋਗ੍ਰਾਮ ਦਾ ਹੋ ਗਿਆ। ਠੀਕ ਹੈ, ਇਹ ਵੇਟ ਹੈ ਜਿਹੜਾ ਆਮ ਹੈ, ਇਹ ਵੇਟ ਨਾਰਮਲ ਵੇਟ ਮੰਨਿਆ ਜਾਂਦਾ। ਪਰ ਇੰਡੀਆ ਦੇ ਵਿੱਚ ਕੀ ਹੈ ਥੋੜ੍ਹਾ ਜਿਹਾ ਵੇਟ ਘੱਟ ਹੁੰਦਾ ਬੱਚੇ ਦਾ, ਇਸ ਲਈ ਆਪਾਂ ਇਹਦੇ ਵਿੱਚ 2.5 to 3 kg ਦੇ ਵੇਟ ਨੂੰ ਨਾਰਮਲ ਇੰਡੀਆ ਦੇ ਵਿੱਚ ਮੰਨਦੇ ਆ। ਠੀਕ ਹੈ, ਤਾਂ ਆਨਸਰ ਇੱਥੇ 2.5 kg ਆਊਗਾ। ਪਰ ਉੱਥੇ ਅਗਰ ਤੁਹਾਨੂੰ ਵੇਰੀਏਸ਼ਨ ਆ ਜਾਂਦੀ ਹੈ ਕਿ 2.5 to 3 kg ਲਿਖਿਆ ਹੋਵੇ ਤਾਂ ਇਹਦਾ ਆਨਸਰ 2.5 to 3 kg ਹੋਏਗਾ। ਠੀਕ ਹੈ, 1.5 ਜਿਹੜਾ ਹੈਗਾ ਆ ਜਾਂ 2 kg ਹੋ ਗਿਆ, ਇਹ ਲੋ ਵੇਟ ਬਰਥ ਬੇਬੀ ਹੁੰਦੇ ਨੇ, ਜਿਨ੍ਹਾਂ ਵਜ਼ਨ ਘੱਟ ਹੁੰਦਾ ਉਹਦੇ ਵਿੱਚ ਆਉਂਦੇ ਨੇ। ਠੀਕ ਹੈ, ਲੋ ਵੇਟ ਬਰਥ ਬੇਬੀ। ਅਗਲਾ ਜੀ ਨਵਜਾਤ ਜਾਂ ਨਿਊ ਬੋਰਨ ਬੇਬੀ ਦੇ ਵਿੱਚ ਕਿੰਨੇ ਗ੍ਰਾਮ ਖੂਨ ਹੋਣਾ ਚਾਹੀਦਾ ਹੈ? ਕਿੰਨੇ ਗ੍ਰਾਮ ਖੂਨ ਮਤਲਬ HB ਕਿੰਨਾ ਹੋਣਾ ਚਾਹੀਦਾ, ਹੀਮੋਗਲੋਬਿਨ ਕਿੰਨਾ ਹੋਣਾ ਚਾਹੀਦਾ ਹੈ? ਦੇਖੋ ਬੱਚਿਆਂ ਦੇ ਵਿੱਚ ਜਿਹੜਾ ਹੀਮੋਗਲੋਬਿਨ ਹੈ ਉਹ ਸਭ ਤੋਂ ਜ਼ਿਆਦਾ ਹੁੰਦਾ। ਕਿੰਨੇ ਹੁੰਦਾ ਹੈ? 18 ਗ੍ਰਾਮ। ਠੀਕ ਹੈ, 16 ਤੋਂ 18 ਗ੍ਰਾਮ ਜਿਹੜਾ ਖੂਨ ਹੈਗਾ ਬੱਚਿਆਂ ਦੇ ਵਿੱਚ HB ਜਿਹੜਾ ਇਹ ਹੋਣਾ ਜ਼ਰੂਰੀ ਹੁੰਦਾ ਜਿਹੜੇ ਨਵਜਾਤ ਬੱਚੇ ਹੁੰਦੇ ਨੇ। ਅਗਲਾ ਹੈ ਜੀ ਨਵਜਾਤ ਬੱਚਿਆਂ ਵਿੱਚ ਹਾਈਪੋਗਲਾਈਸੀਮੀਆ। ਹਾਈਪੋਗਲਾਈਸੀਮੀਆ ਮਤਲਬ ਸ਼ੂਗਰ ਦਾ ਘਟ ਜਾਣਾ ਹੋਣ ਦਾ ਖਤਰਾ ਕਿਸ ਕਾਰਨ ਹੁੰਦਾ ਹੈ? ਬੱਚਿਆਂ ਦੇ ਵਿੱਚ ਇੱਕ ਹਾਈਪੋਗਲਾਈਸੀਮੀਆ ਦੀ ਕੰਡੀਸ਼ਨ ਹੋ ਜਾਂਦੀ ਹੈ ਜੀ, ਉਹਦਾ ਸਭ ਤੋਂ ਮੇਨ ਕਾਰਨ ਕੀ ਹੁੰਦਾ ਹੈ? ਇਮੈਚਿਓਰ ਲੰਗਸ ਮਤਲਬ ਅਣਵਿਕਸਿਤ ਫੇਫੜੇ, ਅਣਵਿਕਸਿਤ ਲੀਵਰ ਜਾਂ ਅਣਵਿਕਸਿਤ ਕਿਡਨੀਆਂ ਜਾਂ ਫਿਰ ਅਣਵਿਕਸਿਤ ਅੰਤੜੀਆਂ। ਕਿਸ ਕਾਰਨ ਹੁੰਦਾ ਜੀ ਹਾਈਪੋਗਲਾਈਸੀਮੀਆ? ਇਮੈਚਿਓਰ ਲੀਵਰ ਕਾਰਨ। ਠੀਕ ਹੈ, ਅਣਵਿਕਸਿਤ ਲੀਵਰ ਕਾਰਨ। ਹਾਂਜੀ, ਨੈਕਸਟ ਹੈ ਵਿਚ ਐਂਟੀਬੋਡੀਜ਼ ਅਬੰਡੈਂਟਲੀ ਫਾਊਂਡ ਇਨ ਬ੍ਰੈਸਟ ਮਿਲਕ। ਮਤਲਬ ਕਿਹੜਾ ਰੋਗਨਾਸ਼ਕ, ਕਿਹੜਾ ਐਂਟੀਬੋਡੀ ਮਾਂ ਦੇ ਦੁੱਧ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ? ਇਹ ਹੈਗਾ ਜੀ, ਇਹ ਸਾਰੇ ਆਪਣੇ ਐਂਟੀਬੋਡੀਜ਼ ਨੇ। ਠੀਕ ਹੈ, ਮਾਂ ਦੇ ਦੁੱਧ ਵਿੱਚ ਜ਼ਿਆਦਾ ਮਾਤਰਾ ਵਿੱਚ ਕਿਹੜਾ ਪਾਇਆ ਜਾਂਦਾ? IgA। IG ਦਾ ਮਤਲਬ ਹੁੰਦਾ ਜੀ ਇਮਿਊਨੋਗਲੋਬੁਲਿਨ। ਠੀਕ ਹੈ, ਆਪਣੀ ਇਮਿਊਨਿਟੀ ਨਾਲ ਰਿਲੇਟਡ ਹੈ, ਐਂਟੀਬੋਡੀਜ਼ ਹੁੰਦੇ ਨੇ ਇਹ। ਆਪਣੇ ਸਰੀਰ ਦੇ ਵਿੱਚ ਜਦੋਂ ਕੋਈ ਇਨਫੈਕਸ਼ਨ ਹੁੰਦੀ ਹੈ ਤਾਂ ਜਿਹੜੇ ਇਹ ਐਂਟੀਬੋਡੀਜ਼ ਹੁੰਦੇ ਨੇ ਇਹ ਲੜਦੇ ਨੇ ਅਤੇ ਆਪਣੇ ਸਰੀਰ ਨੂੰ ਬਿਮਾਰੀ ਤੋਂ ਬਚਾਉਂਦੇ ਨੇ। ਸੋ IgA ਕੀ ਹੈ? ਮਦਰ ਦੇ
ठीक है, ਜਿਹੜਾ ਮਿਲਕ ਹੈਗਾ ਬ੍ਰੈਸਟ ਮਿਲਕ ਹੈਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਅਗਲਾ ਹੈ ਜੀ ਨੋਰਮਲ ਮਨੁੱਖੀ ਸਰੀਰ ਦੇ ਆਮ ਦਿਲ ਦੀ ਧੜਕਣ ਜਾਂ ਨਬਜ਼ ਦੀ ਗਤੀ ਕਿੰਨੀ ਹੁੰਦੀ ਹੈ, ਮਤਲਬ ਨੋਰਮਲ ਹਾਰਟ ਰੇਟ ਜਾਂ ਪਲਸ ਰੇਟ ਪੁੱਛੀ ਜਾਂਦੀ ਹੈ। ਇਹਦੇ ਵਿੱਚ ਕਿੰਨੀ ਹੁੰਦੀ ਹੈ ਨੋਰਮਲ ਹਾਰਟ ਰੇਟ, ਸਾਰਿਆਂ ਨੂੰ ਪਤਾ ਹੋਣਾ 72 ਬੀਟਸ ਪਰ ਮਿੰਟ। ਕਿੰਨੀ ਹੁੰਦੀ ਹੈ ਨੋਰਮਲ 72 ਬੀਟਸ ਪਰ ਮਿੰਟ। ਠੀਕ ਹੈ, ਨੋਰਮਲ ਜਿਹੜੀ ਹੈਗੀ ਇਹ ਹਾਰਟ ਰੇਟ ਜਾਂ ਪਲਸ ਰੇਟ ਨੋਰਮਲ 72 ਹੁੰਦੀ ਹੈ। ਨੋਰਮਲੀ ਜੇ ਅਗਰ ਵੇਰੀਏਸ਼ਨ ਦੇ ਵਿੱਚ ਪੁੱਛਿਆ ਜਾਵੇ ਤਾਂ ਆਪਾਂ 60 to 100 ਦੇ ਵਿੱਚ ਜਿਹੜੀ ਹੁੰਦੀ ਹੈ ਇਹਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ, ਉਹਨੂੰ ਆਪਾਂ ਨੋਰਮਲ ਮੰਨ ਲੈਂਦੇ ਹਾਂ। ਪਰ ਜੇ ਅਗਰ 60 ਤੋਂ ਘੱਟ ਜਾਵੇ, ਠੀਕ ਹੈ, 60 ਤੋਂ ਘੱਟ ਪਲਸ ਜਾਂ ਹਾਰਟ ਰੇਟ ਹੋ ਜਾਵੇ ਤਾਂ ਆਪਾਂ ਨੂੰ ਬ੍ਰੈਡੀਕਾਰਡੀਆ ਕਹਿੰਦੇ ਆ, ਬ੍ਰੈਡੀਕਾਰਡੀਆ। ਦੇਖੋ ਕਾਰਡੀਆ ਦਾ ਮਤਲਬ ਕਾਰਡੀਅਕ, ਕਾਰਡੀਅਕ ਦਾ ਮਤਲਬ ਹਾਰਟ ਦਿਲ। ਠੀਕ ਹੈ, ਜਿੱਥੇ ਵੀ ਕਾਰਡੀਆ ਆ ਜਾਏ ਉੱਥੇ ਦਿਲ ਨਾਲ ਰਿਲੇਟਡ ਕੋਈ ਗੱਲ ਕੀਤੀ ਜਾਂਦੀ ਹੈ। ਅਗਰ 100 ਤੋਂ ਵੱਧ ਜਾਵੇ ਤਾਂ ਆਪਾਂ ਨੂੰ ਟੈਕੀਕਾਰਡੀਆ ਕਹਿੰਦੇ ਆ। ਠੀਕ ਹੈ, ਟਰਮਸ ਵੀ ਆ ਸਕਦੇ ਨੇ ਤੁਹਾਨੂੰ, ਇਸ ਲਈ ਇਹਨੂੰ ਪਲੀਜ਼ ਯਾਦ ਰੱਖਿਓ। 60 ਤੋਂ ਘੱਟ ਜਾਵੇ ਬ੍ਰੈਡੀਕਾਰਡੀਆ, 100 ਤੋਂ ਵੱਧ ਜਾਵੇ ਟੈਕੀਕਾਰਡੀਆ, TACHY ਟੈਕੀਕਾਰਡੀਆ, CARDIA ਕਾਰਡੀਆ। ਠੀਕ ਹੈ, ਅਗਲਾ ਹੈ ਜੀ ਮਨੁੱਖੀ ਸਰੀਰ ਦਾ ਤਾਪਮਾਨ ਕਿੰਨਾ ਹੁੰਦਾ, ਨਾਰਮਲ ਬਾਡੀ ਟੈਂਪਰੇਚਰ। ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਫਾਰਨਹਾਈਟ ਦੇ ਵਿੱਚ ਦੇਖਿਆ ਜਾਂਦਾ, ਇੱਕ ਸੈਲਸੀਅਸ ਦੇ ਵਿੱਚ ਦੇਖਿਆ ਜਾਂਦਾ। ਇਹਦੇ ਵਿੱਚ ਕੁਐਸਚਨ ਦੇ ਜਿਹੜੇ ਆਪਸ਼ਨਸ ਨੇ ਉਹ ਫਾਰਨਹਾਈਟ ਦੇ ਵਿੱਚ ਨੇ। ਕਿੰਨਾ ਟੈਂਪਰੇਚਰ ਹੁੰਦਾ ਨਾਰਮਲ ਬਾਡੀ, 98.6 ਡਿਗਰੀ। ਠੀਕ ਹੈ, ਫਾਰਨਹਾਈਟ ਦੇ ਵਿੱਚ। ਅਗਰ ਸੈਲਸੀਅਸ ਦੇ ਵਿੱਚ ਦੱਸਣਾ ਤਾਂ ਕਿੰਨਾ ਹੋਏਗਾ 37 ਡਿਗਰੀ ਸੈਲਸੀਅਸ। ਅਗਰ ਵੇਰੀਏਸ਼ਨ ਦੇ ਵਿੱਚ ਆਪਸ਼ਨ ਆ ਜਾਏ ਤਾਂ ਉੱਥੇ ਕੀ ਲਿਖਿਆ ਹੋ ਸਕਦਾ 98.4 to 98.8 ਤੱਕ। ਠੀਕ ਹੈ, ਨਾਰਮਲ ਹੋਏਗਾ। ਸੈਲਸੀਅਸ ਦੇ ਵਿੱਚ ਕਿੰਨਾ ਹੋਏਗਾ 36.8 to 38 ਡਿਗਰੀ ਤੱਕ। ਠੀਕ ਹੈ, ਇਹ ਨਾਰਮਲ ਹੋਏਗਾ। ਹਾਂਜੀ, ਅਗਲਾ ਹੈ ਜੀ ਐਗਜ਼ਿਲਾ ਅਤੇ ਰੈਕਟਮ ਤੋਂ ਤਾਪਮਾਨ ਮਾਪਣ ਸਮੇਂ ਦੋਨਾਂ ਵਿੱਚ ਕਿੰਨਾ ਫਰਕ ਹੁੰਦਾ ਹੈ। ਮਤਲਬ ਜਦੋਂ ਆਪਾਂ ਐਗਜ਼ਿਲਾ ਮਤਲਬ ਅੰਡਰ ਆਰਮ ਦੇ ਵਿੱਚ ਜਦੋਂ ਆਪਾਂ ਟੈਂਪਰੇਚਰ ਲੈਂਦੇ ਹਾਂ, ਰੈਕਟਮ ਦੇ ਵਿੱਚ ਟੈਂਪਰੇਚਰ ਲੈਂਦੇ ਹਾਂ, ਤਾਂ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਹੋਏਗਾ, ਕਿੰਨੇ ਡਿਗਰੀ ਦਾ ਡਿਫਰੈਂਸ ਹੋਏਗਾ। ਦੇਖੋ ਟੈਂਪਰੇਚਰ ਆਪਾਂ 4 ਤਰੀਕਿਆਂ ਨਾਲ ਲੈਂਦੇ ਹਾਂ। ਠੀਕ ਹੈ, 4 ਸਾਈਡਸ ਤੋਂ ਲੈਂਦੇ ਹਾਂ। ਓਰਲ ਤੋਂ, ਠੀਕ ਹੈ, ਓਰਲ ਟੈਂਪਰੇਚਰ ਲਿਆ ਜਾਂਦਾ। ਉਸ ਤੋਂ ਬਾਅਦ ਇੱਕ ਲਿਆ ਜਾਂਦਾ ਜੀ ਰੈਕਟਲ ਟੈਂਪਰੇਚਰ। ਰੈਕਟਲ ਟੈਂਪਰੇਚਰ ਹੈਗਾ ਜਿਹੜਾ ਛੋਟੇ ਬੱਚਿਆਂ ਦੇ ਵਿੱਚ ਲਿਆ ਜਾਂਦਾ ਹੁੰਦਾ, ਜਾਂ ਫਿਰ ਉਹ ਪੇਸ਼ੈਂਟ ਦੇ ਵਿੱਚ ਜਿਹੜੇ ਓਰਲੀ ਜਾਂ ਐਗਜ਼ਿਲਰੀ ਟੈਂਪਰੇਚਰ ਆਪਾਂ ਜਿਨ੍ਹਾਂ ਦਾ ਨਹੀਂ ਲੈ ਸਕਦੇ। ਤੇ ਇਸ ਤੋਂ ਇਲਾਵਾ ਇੱਕ ਈਅਰ ਤੋਂ ਲਿਆ ਜਾਂਦਾ ਜੀ। ਠੀਕ ਹੈ, ਐਗਜ਼ਿਲਰੀ ਹੋ ਗਿਆ। ਇਹ ਮੇਨ ਜਿਹੜੇ ਹੈਗੇ ਨੇ ਇਹ ਟੈਂਪਰੇਚਰ ਦੀਆਂ ਸਾਈਡਸ ਨੇ ਜਿੱਥੋਂ ਆਪਾਂ ਟੈਂਪਰੇਚਰ ਲੈਂਦੇ ਹਾਂ। ਦੇਖੋ ਜਿਹੜਾ ਓਰਲ ਟੈਂਪਰੇਚਰ ਹੁੰਦਾ ਨਾਰਮਲ ਕਿੰਨਾ ਹੁੰਦਾ 98.6 ਹੈ ਨਾ, ਆਪਾਂ ਪੜ੍ਹ ਕੇ ਗਿਆ ਹੁਣੇ ਫਾਰਨਹਾਈਟ ਦੇ ਵਿੱਚ। ਤੇ ਰੈਕਟਲ ਟੈਂਪਰੇਚਰ ਹਮੇਸ਼ਾ ਓਰਲ ਟੈਂਪਰੇਚਰ ਨਾਲੋਂ 1 ਡਿਗਰੀ ਫਾਰਨਹਾਈਟ ਕੀ ਹੋਏਗਾ ਜ਼ਿਆਦਾ ਹੋਏਗਾ। ਇਹਦਾ ਮਤਲਬ ਕਿੰਨਾ ਹੋਏਗਾ ਟੈਂਪਰੇਚਰ ਰੈਕਟਲ 98.6 ਤੋਂ 1 ਡਿਗਰੀ ਵਧਾ ਦਿਓ 99.6 ਹੈ ਨਾ। 99 ਜਿਹੜਾ ਹੁੰਦਾ ਨਾਰਮਲ ਹੁੰਦਾ ਰੈਕਟਲ ਦਾ। ਫਿਰ ਉਸ ਤੋਂ ਬਾਅਦ ਐਗਜ਼ਿਲਰੀ ਟੈਂਪਰੇਚਰ, ਮੇਨ ਆਪਾਂ 3 ਟੈਂਪਰੇਚਰ ਦੀ ਹੀ ਗੱਲ ਕਰਦੇ ਹੁੰਦੇ ਹਾਂ। ਐਗਜ਼ਿਲਰੀ ਟੈਂਪਰੇਚਰ ਜਿਹੜਾ ਹੁੰਦਾ ਇਹ ਕੀ ਕਰਦਾ ਆ, ਇਹ ਓਰਲ ਟੈਂਪਰੇਚਰ ਨਾਲੋਂ ਘੱਟ ਹੁੰਦਾ। ਇਹ ਪਲੱਸ 'ਚ ਹੁੰਦਾ, ਇਹ ਮਾਈਨਸ 'ਚ ਹੁੰਦਾ। ਠੀਕ ਹੈ, 1 ਡਿਗਰੀ ਫਾਰਨਹਾਈਟ। ਇਹ ਜਿਵੇਂ 98.6 ਸੀਗਾ ਤਾਂ ਇਹ 97.6 ਰਹਿ ਜਾਊਗਾ। ਸੋ ਕਿੰਨਾ ਫਰਕ ਹੁੰਦਾ ਹਮੇਸ਼ਾ 1 ਡਿਗਰੀ ਫਾਰਨਹਾਈਟ ਦਾ ਫਰਕ ਹੋਏਗਾ ਇਹਦੇ ਵਿੱਚ, ਜਾਂ 0.5 ਡਿਗਰੀ ਤੋਂ 1 ਡਿਗਰੀ ਫਾਰਨਹਾਈਟ ਤੱਕ ਦਾ ਦੋਨਾਂ ਦੇ ਵਿੱਚ ਆਪਾਂ ਫਰਕ ਮੰਨ ਸਕਦੇ ਹਾਂ। ਅਗਲਾ ਹੈ ਜੀ ਵਾਟ ਇਜ਼ ਦਾ ਨਾਰਮਲ ਰੈਸਪੀਰੇਸ਼ਨ ਰੇਟ। ਸਾਹ ਦੀ ਗਤੀ ਨਾਰਮਲ ਕਿੰਨੀ ਹੁੰਦੀ ਹੈ। ਆਮ ਇਨਸਾਨ ਦੇ ਵਿੱਚ ਜਿਹੜੀ ਸਾਹ ਦੀ ਦਰ ਹੁੰਦੀ ਹੈ ਉਹ ਕਿੰਨੀ ਨਾਰਮਲ ਹੁੰਦੀ ਹੈ, ਉਹ ਹੁੰਦੀ ਹੈ ਜੀ 18 ਬੀਟਸ ਪਰ ਮਿੰਟ, 18 ਬਰੀਥਸ ਪਰ ਮਿੰਟ। ਠੀਕ ਹੈ, ਤੇ ਅਗਰ ਵੇਰੀਏਸ਼ਨ ਦੇ ਵਿੱਚ ਆ ਜਾਏ ਤਾਂ ਤੁਸੀਂ ਲਿਖ ਸਕਦੇ ਹੋ 16 ਤੋਂ 20 ਤੱਕ। ਠੀਕ ਹੈ, ਜਿਹੜੀ ਇਹ ਨਾਰਮਲ ਮੰਨੀ ਜਾਂਦੀ ਹੈ। 16 ਤੋਂ 20 ਦੇ ਵਿੱਚ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਨਾਰਮਲ ਰੈਸਪੀਰੇਸ਼ਨ ਰੇਟ ਮੰਗਦੇ ਆ। ਅਗਰ ਸਿੰਗਲ ਦਿੱਤਾ ਹੋਇਆ ਤਾਂ 18 ਬਰੀਥਸ ਪਰ ਮਿੰਟ। ਅਗਲਾ ਹੈ ਜੀ ਜੇਕਰ ਸਾਹ ਦਰ 24 ਤੋਂ ਵੱਧ ਜਾਵੇ ਤਾਂ ਉਸਨੂੰ ਕੀ ਕਹਿੰਦੇ ਹਨ। ਦੇਖੋ ਪਹਿਲਾਂ ਆਪਾਂ ਪੜ੍ਹਿਆ ਸੀਗਾ ਕਿ ਜੇ ਪਲਸ ਰੇਟ ਜਾਂ ਹਾਰਟ ਰੇਟ ਵੱਧ ਜਾਵੇ ਤਾਂ ਉਹਨਾਂ ਨੂੰ ਕੀ ਕਹਿੰਦੇ ਆ। ਜੇ ਹਾਰਟ ਰੇਟ 60 ਤੋਂ ਘੱਟ ਜਾਵੇ ਤਾਂ ਬ੍ਰੈਡੀਕਾਰਡੀਆ ਕਹਿੰਦੇ ਆ, ਜੇ 100 ਤੋਂ ਵੱਧ ਜਾਵੇ ਤਾਂ ਟੈਕੀਕਾਰਡੀਆ। ਉਵੇਂ ਹੀ ਜੇ ਰੈਸਪੀਰੇਸ਼ਨ ਰੇਟ ਹੈਗੇ ਜਿਹੜੇ 24 ਬਰੀਥਸ ਪਰ ਮਿੰਟ ਤੋਂ ਵੱਧ ਜਾਵੇ ਤਾਂ ਆਪਾਂ ਨੂੰ ਕੀ ਕਵਾਂਗੇ, ਟੈਕੀਪਨੀਆ। ਠੀਕ ਹੈ, ਦੇਖੋ ਇਹਦੇ ਵਿੱਚ ਪਨੀਆ ਆ ਗਿਆ, ਉਹਦੇ ਵਿੱਚ ਕਾਰਡੀਆ ਸੀਗਾ, ਤੇ ਇਹਦੇ ਵਿੱਚ ਆ ਦੇਖੋ ਕਾਰਡੀਆ, ਇਹ ਟੈਕੀਕਾਰਡੀਆ। ਅਗਰ ਹਾਰਟ ਰੇਟ ਵੱਧ ਜਾਵੇ ਜਾਂ ਪਲਸ ਰੇਟ ਵੱਧ ਜਾਵੇ, ਅਗਰ ਰੈਸਪੀਰੇਸ਼ਨ ਵੱਧ ਜਾਵੇ ਤਾਂ ਟੈਕੀਪਨੀਆ। ਅਗਲੇ ਵਰਡ ਸੇਮ ਹੁੰਦੇ ਨੇ, ਪਿਛਲੇ ਚੇਂਜ ਹੋ ਜਾਂਦੇ ਨੇ।
हाँ जी, अगला है मनुखी शरीर ਦੇ ਖੂਨ ਦਾ ਦਬਾਅ ਕਿੰਨਾ ਹੁੰਦਾ ਹੈ। ਖੂਨ ਦਾ ਦਬਾਅ ਮਤਲਬ ਨਾਰਮਲ ਬਲੱਡ ਪ੍ਰੈਸ਼ਰ ਬੀਪੀ। ਠੀਕ ਹੈ, ਬੀਪੀ ਕਿੰਨਾ ਨਾਰਮਲ ਹੁੰਦਾ ਜੀ, ਸਾਰੇ ਚੈੱਕ ਕਰਾਉਣੇ ਤੁਸੀਂ ਬੀਪੀ 120/80 120/80 mm of Hg ਜਿਹੜਾ ਹੁੰਦਾ ਹੈ ਨਾਰਮਲ ਹੁੰਦਾ। ਇੱਕ ਇਹਦੇ ਵਿੱਚ 120/80 ਜਿਹੜਾ ਉੱਪਰ ਵਾਲਾ ਹੁੰਦਾ ਇਹਨੂੰ ਕੀ ਕਹਿੰਦੇ ਨੇ, ਸਿਸਟੋਲਿਕ। ਸਿਸਟੋਲਿਕ ਪ੍ਰੈਸ਼ਰ ਜਿਹੜਾ ਹੇਠਾਂ ਵਾਲਾ ਹੁੰਦਾ ਇਹਨੂੰ ਡਾਇਆਸਟੋਲਿਕ ਪ੍ਰੈਸ਼ਰ। ਠੀਕ ਹੈ, ਜਿਹੜਾ ਸਿਸਟੋਲਿਕ ਪ੍ਰੈਸ਼ਰ ਹੁੰਦਾ ਜਦੋਂ ਆਪਣਾ ਦਿਲ ਧੜਕਦਾ ਆ, ਖੂਨ ਨੂੰ ਪੰਪ ਕਰਦਾ, ਠੀਕ ਹੈ, ਜਿਹੜੀ ਉਦੋਂ ਬੀਟ ਬਣਦੀ ਆ, ਉਦੋਂ ਪ੍ਰੈਸ਼ਰ ਬਣਦਾ, ਉਹਨੂੰ ਆਪਾਂ ਸਿਸਟੋਲਿਕ ਕਹਿੰਦੇ ਆ। ਡਾਇਆਸਟੋਲਿਕ ਹੁੰਦਾ ਜਦੋਂ ਆਪਣਾ ਦਿਲ ਰੈਸਟ ਕਰਦਾ, ਪੰਪ ਨਹੀਂ ਕਰਦਾ, ਉਦੋਂ ਡਾਇਆਸਟੋਲਿਕ ਪ੍ਰੈਸ਼ਰ ਹੁੰਦਾ ਉਹ। ਅਗਲਾ ਹੈ ਜੀ ਸਰੀਰ ਵਿੱਚ ਆਕਸੀਜਨ ਦਾ ਲੈਵਲ ਕਿੰਨਾ ਹੋਣਾ ਚਾਹੀਦਾ ਹੈ। ਨਾਰਮਲ ਆਕਸੀਜਨ ਲੈਵਲ ਕਿੰਨਾ ਹੁੰਦਾ ਸਰੀਰ ਦੇ ਵਿੱਚ। ਆਪਾਂ ਆਕਸੀਜਨ ਲੈਵਲ ਨੂੰ SpO2 ਵੀ ਕਹਿੰਦੇ ਆ। ਕੋਵਿਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤੇ ਲੋਕਾਂ ਨੂੰ ਕੋਵਿਡ ਹੋਇਆ ਤੇ ਉਹਨਾਂ ਨੇ ਕਿੱਟਾਂ ਦਿੱਤੀਆਂ ਸੀ ਸਰਕਾਰ ਨੇ, ਉਹਦੇ ਵਿੱਚ ਇੱਕ ਛੋਟਾ ਜਿਹਾ ਪਲਸ ਆਕਸੀਮੀਟਰ ਦਿੱਤਾ ਸੀਗਾ ਜਿਹਦੇ ਨਾਲ ਆਪਾਂ ਸੈਚੂਰੇਸ਼ਨ ਚੈੱਕ ਕਰਦੇ ਸੀਗੇ, ਹੈ ਨਾ, ਵੀ 90% ਹੈ ਕਿੰਨੀ ਹੈ ਜਾਂ 80% ਹੈ, ਤੇ ਉਹਦੇ ਵਿੱਚ ਇੱਕ ਸਾਈਡ ਤੋਂ ਆਪਾਂ ਨੂੰ ਪਲਸ ਵੀ ਪਤਾ ਲੱਗਦੀ ਸੀ। ਠੀਕ ਹੈ, ਇਹ ਉਹੀ ਚੀਜ਼ ਹੈ ਕਿ ਜਿਹੜਾ ਦੇਖੋ ਆਪਾਂ ਨੂੰ ਪਤਾ ਹੈ ਕਿ 90% ਅਗਰ ਉੱਪਰ ਹੈਗਾ, 90 ਤੋਂ 100 ਤੱਕ ਹੈਗਾ, 90 ਤੋਂ ਅਗਰ 100 ਤੱਕ ਹੈ ਤਾਂ ਉਹ ਕੀ ਹੈ, ਨਾਰਮਲ ਹੁੰਦਾ। ਆਪਾਂ ਨੂੰ ਪਤਾ ਕਿ ਆਪਣੀ ਆਕਸੀਜਨ 100% ਹੋਣੀ ਚਾਹੀਦੀ, ਅਗਰ 100 ਨਹੀਂ ਹੈਗੀ ਤਾਂ ਘੱਟੋ ਘੱਟ 98% ਤਾਂ ਹੋਣੀ ਹੀ ਚਾਹੀਦੀ ਹੈ, ਨਾ। ਇਸ ਲਈ ਨਾਰਮਲ ਕਿੰਨੀ ਹੁੰਦੀ ਹੈ, 95 to 100 ਜਿਹੜੀ ਹੈਗੀ ਆ ਉਹ ਨਾਰਮਲ ਆਕਸੀਜਨ ਲੈਵਲ ਹੁੰਦਾ। ਅਗਰ 95 ਮਤਲਬ ਮੰਨ ਲਓ 94 ਹੈ, 94 ਤੋਂ ਘੱਟ ਜਾਵੇ ਜਾਂ 90 ਤੋਂ ਘੱਟ ਜਾਵੇ ਤਾਂ ਉੱਥੇ ਕੀ ਹੁੰਦਾ, ਜਿਹੜੀ ਪੇਸ਼ੈਂਟ ਦੀ ਕੰਡੀਸ਼ਨ ਹੈ ਉਹ ਸੀਰੀਅਸ ਹੋ ਸਕਦੀ ਹੈ, ਇਸ ਲਈ ਉਹਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਉਣਾ ਜ਼ਰੂਰੀ ਹੋ ਜਾਂਦਾ। ਠੀਕ ਹੈ, 95 to 100 ਜਿਹੜੀ ਹੈਗੀ ਨਾਰਮਲ ਹੁੰਦੀ ਹੈ। ਅਗਲਾ ਹੈ ਜੀ ਵਾਟ ਇਜ਼ ਦ ਨਾਰਮਲ ਹੀਮੋਗਲੋਬਿਨ ਲੈਵਲ। ਸਰੀਰ ਵਿੱਚ ਕਿੰਨੇ ਗ੍ਰਾਮ ਖੂਨ ਹੋਣਾ ਚਾਹੀਦਾ ਹੈ, ਮਤਲਬ ਨਾਰਮਲ ਹੀਮੋਗਲੋਬਿਨ ਜਾਂ HB ਲੈਵਲ ਕਿੰਨਾ ਹੋਣਾ ਚਾਹੀਦਾ। ਦੇਖੋ ਫੀਮੇਲ ਲੇਡੀਜ਼ ਦੇ ਵਿੱਚ ਜਿਹੜਾ ਹੁੰਦਾ ਉਹ ਅਲੱਗ ਹੁੰਦਾ, ਮੇਲਸ ਯਾਨੀ ਜੈਂਟਸ ਦੇ ਵਿੱਚ, ਠੀਕ ਹੈ, HB ਦਾ ਲੈਵਲ ਅਲੱਗ ਹੁੰਦਾ। ਫੀਮੇਲ ਦੇ ਵਿੱਚ ਕਿੰਨਾ ਹੁੰਦਾ ਜੀ, 12.5 ਤੋਂ 15.5 ਗ੍ਰਾਮ। ਠੀਕ ਹੈ, ਇਹ 12.5 ਤੋਂ 15.5 ਫੀਮੇਲ ਦੇ ਵਿੱਚ ਹੁੰਦਾ ਅਗਰ ਫੀਮੇਲ ਦਾ ਪੁੱਛਿਆ। ਮੇਲ ਦੇ ਵਿੱਚ ਕਿੰਨਾ ਹੁੰਦਾ, 13.5 ਤੋਂ 17.5 ਤੱਕ। ਠੀਕ ਹੈ, ਇਹ ਮੇਲ ਦੇ ਵਿੱਚ ਹੁੰਦਾ। ਸੋ ਇਹ ਆਪਸ਼ਨ ਤੁਸੀਂ ਧਿਆਨ ਨਾਲ ਦੇਖ ਲਿਓ ਕਿ ਅਗਰ ਮੇਲ ਦਾ ਪੁੱਛਿਆ ਤਾਂ 13.5 ਤੋਂ 17.5 ਤੱਕ, ਅਗਰ ਫੀਮੇਲ ਦਾ ਪੁੱਛਿਆ ਤਾਂ 12.5 ਤੋਂ 15.5 ਗ੍ਰਾਮ, ਠੀਕ ਹੈ, ਜਿਹੜਾ ਖੂਨ ਜਾਂ HB ਹੋਣਾ ਚਾਹੀਦਾ। ਅਗਲਾ ਹੈ ਜੀ ਮਨੁੱਖੀ ਸਰੀਰ ਵਿੱਚ ਕਿੰਨੇ ਲੀਟਰ ਖੂਨ ਹੁੰਦਾ ਹੈ। ਮਨੁੱਖੀ ਸਰੀਰ ਦੇ ਵਿੱਚ ਮਤਲਬ ਆਪਣੇ ਸਰੀਰ ਦੇ ਵਿੱਚ ਦੇਖੋ ਆਪਾਂ ਪੜ੍ਹਿਆ ਸੀਗਾ ਕਿ 60% ਦਾ ਜਿਹੜਾ ਹੁੰਦਾ ਪਾਣੀ ਹੁੰਦਾ ਹੈ ਨਾ, ਪਾਣੀ ਬਲੱਡ ਦੇ ਵਿੱਚ ਹੁੰਦਾ। ਇਹ ਹੁਣ ਆਪਣੇ ਵਿੱਚ ਕਿੰਨੇ ਲੀਟਰ ਖੂਨ ਹੁੰਦਾ, ਉਹਦਾ ਆਨਸਰ ਆਏਗਾ ਜੀ 4 ਤੋਂ 5 ਲੀਟਰ ਤੱਕ। ਇਹ ਵੀ ਮੇਲ ਤੇ ਫੀਮੇਲ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ, ਜਿਵੇਂ ਫੀਮੇਲ ਦੇ ਵਿੱਚ 4 ਲੀਟਰ ਜਾਂ 4.5 ਲੀਟਰ ਹੁੰਦਾ, ਮੇਲ ਦੇ ਵਿੱਚ 5 ਤੋਂ 5.5 ਲੀਟਰ। ਠੀਕ ਹੈ, ਬਲੱਡ ਜਿਹੜਾ ਹੁੰਦਾ ਬਲੱਡ ਦਾ ਵੋਲੀਅਮ, ਠੀਕ ਹੈ, ਹੁੰਦਾ, ਇਹ ਵੋਲੀਅਮ ਕਹਿੰਦੇ ਨੇ ਇਹਨੂੰ, ਬਲੱਡ ਵੋਲੀਅਮ ਕਿੰਨਾ ਹੁੰਦਾ ਇਹ। ਠੀਕ ਹੈ, ਆਨਸਰ 4 to 5 ਲੀਟਰ ਆਏਗਾ। ਨੈਕਸਟ ਹੈ ਜੀ ਹਾਊ ਮੈਨੀ ਬੋਨਸ ਆਰ ਇਨ ਹਿਊਮਨ ਬੋਡੀ। ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਨੇ, ਸਾਰਿਆਂ ਨੂੰ ਰੱਟੇ ਲੱਗੇ ਹੋਏ ਹੋਣੇ ਇਹਦੇ ਤਾਂ 206, ਹੈ ਨਾ। ਅਗਲਾ ਜੀ ਹਾਊ ਮੈਨੀ ਬੋਨਸ ਆਰ ਇਨ ਨਿਊ ਬੋਰਨ। ਨਵਜਾਤ ਜਾਂ ਛੋਟਾ ਜਿਹੜਾ ਨਿਊ ਬੋਰਨ ਬੇਬੀ ਹੁੰਦਾ ਉਹਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ, 300। ਠੀਕ ਹੈ, 300 ਜਿਹੜੀਆਂ ਹੁੰਦੀਆਂ ਨੇ ਨਵੇਂ ਨਵਜਾਤ ਬੱਚੇ ਜਾਂ ਨਵਜੰਮੇ ਬੱਚੇ ਦੇ ਵਿੱਚ ਟੋਟਲ ਬੋਨਸ ਹੁੰਦੀਆਂ ਨੇ। ਇਸ ਤੋਂ ਬਾਅਦ ਇੱਕ ਹੁੰਦਾ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਤੋਂ ਬਾਅਦ ਹੌਲੀ ਹੌਲੀ 1 ਸਾਲ 2 ਸਾਲ ਤੱਕ ਜਿਹੜੀਆਂ ਇਹ ਹੱਡੀਆਂ ਨੇ ਇਹ ਫਿਊਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇੱਕ ਦੂਜੇ ਨਾਲ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ, ਤਾਂ ਉਹਦੇ ਨਾਲ ਕੀ ਹੁੰਦਾ, ਜਿਹੜੀਆਂ ਹੱਡੀਆਂ ਦੀ ਗਿਣਤੀ ਉਹ ਘੱਟ ਜਾਂਦੀ ਹੈ, 206 ਤੱਕ ਰਹਿ ਜਾਂਦੀ ਹੈ। ਠੀਕ ਹੈ, ਨਿਊ ਬੋਰਨ ਦੇ ਵਿੱਚ 300 ਹੁੰਦੀਆਂ ਨੇ, ਅਡਲਟ ਦੇ ਵਿੱਚ ਕਿੰਨੀਆਂ ਹੁੰਦੀਆਂ ਨੇ, 206 ਹੁੰਦੀਆਂ ਨੇ। ਅਗਲਾ ਜੀ ਹਾਊ ਮੈਨੀ ਪੇਅਰਸ ਆਫ ਰਿਬਸ ਇਨ ਹਿਊਮਨ ਬੋਡੀ। ਕਿੰਨੇ ਪੇਅਰ ਹੁੰਦੇ ਨੇ ਜੀ, 12 ਜੋੜੇ ਹੁੰਦੇ ਨੇ, ਮਤਲਬ 12 ਗੁਣਾ 2 24 ਟੋਟਲ ਰਿਬਸ ਹੁੰਦੀਆਂ ਨੇ ਤੇ ਜੋੜੇ ਕਿੰਨੇ ਹੁੰਦੇ ਨੇ, 12 ਹੁੰਦੇ ਨੇ। ਅਗਰ ਪੇਅਰ ਪੁੱਛਿਆ ਗਿਆ, ਜੋੜੇ ਪੁੱਛਿਆ ਗਿਆ ਤਾਂ ਤੁਸੀਂ 12 ਕਹਿਣਾ, ਅਗਰ ਸਿੰਗਲ ਹੀ ਵੈਸੇ ਹੀ ਪੁੱਛਿਆ ਕਿ ਟੋਟਲ ਰਿਬਸ ਕਿੰਨੀਆਂ ਹੁੰਦੀਆਂ ਨੇ ਤਾਂ 24 ਕਹਿਣਾ। ਠੀਕ ਹੈ, ਅਗਲਾ ਜੀ ਮਨੁੱਖੀ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਮਤਲਬ ਮਸਲਸ। ਠੀਕ ਹੈ, ਟੋਟਲ ਮਸਲਸ ਕਿੰਨੀਆਂ ਹੁੰਦੀਆਂ ਨੇ,
ਟੋਟਲ ਮਸਲਸ ਹੁੰਦੇ ਨੇ 639 ਜਾਂ 640 ਕਹਿ ਲਓ, ਠੀਕ ਹੈ। ਜਿਹੜੀਆਂ ਇਹ ਮਸਲਸ ਹੁੰਦੇ ਨੇ ਹਿਊਮਨ ਬਾਡੀ ਦੇ ਵਿੱਚ ਹੁੰਦੀਆਂ ਨੇ। ਅੱਗੇ ਅਲੱਗ-ਅਲੱਗ ਟਾਈਪ ਦੀਆਂ ਮਸਲਸ ਹੁੰਦੀਆਂ ਨੇ, ਸਕੈਲੇਟਲ ਮਸਲਸ ਹੁੰਦੀਆਂ ਨੇ, ਕਾਰਡਿਕ ਮਸਲਸ ਹੁੰਦੀਆਂ ਨੇ, ਸਮੂਥ ਮਸਲਸ ਹੁੰਦੀਆਂ ਨੇ, ਠੀਕ ਹੈ। ਅਲੱਗ-ਅਲੱਗ ਟਾਈਪ ਦੇ ਮਸਲਸ ਹੁੰਦੇ ਨੇ ਜਿਨ੍ਹਾਂ ਨੂੰ ਟੋਟਲ ਮਿਲਾ ਕੇ ਆਪਣੇ 640 ਜਿਹੜੀਆਂ ਹੈਗੀਆਂ ਜਾਂ 639 ਮਸਲਸ ਜਾਂ ਮਾਸਪੇਸ਼ੀਆਂ ਪਾਈਆਂ ਜਾਂਦੀਆਂ ਨੇ। ਅਗਲਾ ਹੈ ਜੀ ਹਾਊ ਮੈਨੀ ਵਰਟੇਬਰੇ ਇਨ ਆਵਰ ਬਾਡੀ, ਜਾਂ ਰੀੜ੍ਹ ਦੀ ਹੱਡੀ ਦੇ ਕਿੰਨੇ ਮਣਕੇ ਹੁੰਦੇ ਹਨ। ਦੇਖੋ ਰੀੜ੍ਹ ਦੀ ਹੱਡੀ ਦੇ 24 ਵਰਟੇਬਰੇ ਜਾਂ 24 ਮਣਕੇ ਹੁੰਦੇ ਨੇ। ਜਿਹੜੇ ਇਹ ਮਣਕੇ ਨੇ ਇਹ 33 ਬੋਨਸ ਤੋਂ ਬਣੇ ਨੇ, ਠੀਕ ਹੈ। 33 ਦਾ ਇਹਦੀਆਂ ਟੋਟਲ ਬੋਨਸ ਹੁੰਦੀਆਂ ਨੇ ਜਿਹੜੀਆਂ ਇੱਕ ਦੂਜੇ ਨਾਲ ਮਿਲ ਕੇ 24 ਮਣਕੇ ਆਪਣੀ ਜਿਹੜੀ ਰੀੜ੍ਹ ਦੀ ਹੱਡੀ ਉਹਦੇ ਬਣਾਉਂਦੀਆਂ ਨੇ। ਸਾਰਿਆਂ ਨੂੰ ਰੀੜ੍ਹ ਦੀ ਹੱਡੀ ਦਾ ਪਤਾ ਹੀ ਹੋਣਾ, ਠੀਕ ਹੈ। ਇੱਦਾਂ ਦੀ ਬਣੀ ਹੁੰਦੀ ਹੈ। ਜਿਹੜੇ ਆ ਸਰਵਾਈਕਲ ਵਰਟੇਬਰੇ ਆ ਜਾਂਦੇ ਨੇ, ਆ ਥੋਰੈਸਿਸ ਵਰਟੇਬਰੇ ਆ ਜਾਂਦੇ ਨੇ, ਲੰਬਰ ਵਰਟੇਬਰੇ, ਲਾਸਟ 'ਚ ਕੋਕਿਕਸ ਆ ਜਾਂਦਾ, ਠੀਕ ਹੈ। ਜਿਹੜੀ ਆ ਸਪਾਈਨਲ ਕਾਰਡ ਹੁੰਦੀ ਹੈ, ਇੱਦਾਂ ਤੁਸੀਂ ਦੇਖਿਆ ਹੋਣਾ ਕਿ ਸਾਰੇ ਇੱਦਾਂ ਦਾ ਬਣੀ ਹੁੰਦੀ ਹੈ ਇਹ ਚੀਜ਼, ਇਹਨਾਂ ਨੂੰ ਵਰਟੇਬਰੇ ਕਹਿੰਦੇ ਨੇ, ਠੀਕ ਹੈ। ਇਹ 24 ਹੁੰਦੇ ਨੇ ਟੋਟਲ। ਇਹਦੇ ਵਿੱਚ 33 ਬੋਨਸ ਮਿਲ ਕੇ ਇਹ ਵਰਟੇਬਰੇਜ਼ ਬਣਾਉਂਦੀਆਂ ਨੇ। ਅਗਲਾ ਹੈ ਜੀ ਹਾਊ ਮੈਨੀ ਕ੍ਰੋਮੋਸੋਮਸ। ਕ੍ਰੋਮੋਸੋਮਸ ਕੀ ਹੁੰਦਾ? ਗੁਣਸੂਤਰ, ਠੀਕ ਹੈ। ਕਿੰਨੇ ਹੁੰਦੇ ਨੇ? 46 ਕ੍ਰੋਮੋਸੋਮਸ ਹੁੰਦੇ ਨੇ ਆਪਣੀ ਬਾਡੀ ਦੇ ਵਿੱਚ। ਇਹ ਹਾਰਮੋਨਸ ਹੁੰਦੇ ਨੇ। ਇਹ ਜਿਹੜੇ 46 ਕ੍ਰੋਮੋਸੋਮਸ ਅਗਰ ਪੇਅਰਸ ਅਗਰ ਜੋੜੇ ਪੁੱਛਣ ਤਾਂ ਕਿੰਨੇ ਹੁੰਦੇ ਨੇ? 23 ਪੇਅਰਸ ਆਫ ਕ੍ਰੋਮੋਸੋਮਸ। ਅਗਲਾ ਹੈ ਹਾਊ ਮੈਨੀ ਚੈਂਬਰਸ ਇਨ ਦਾ ਹਾਰਟ। ਦਿਲ ਦੇ ਵਿੱਚ ਕਿੰਨੇ ਚੈਂਬਰ ਹੁੰਦੇ ਨੇ? 4 ਚੈਂਬਰ ਹੁੰਦੇ ਨੇ। ਆਪਾਂ ਡਾਇਗਰਾਮ ਦੇਖਦੇ ਹਾਂ। ਜਿਹੜੇ ਚੈਂਬਰ ਮਤਲਬ ਦੇਖੋ ਇੱਦਾਂ ਡਿਵਾਈਡ ਕੀਤਾ ਹੁੰਦਾ ਹਾਰਟ, ਹੈ ਨਾ। ਇਹ 1 2 3 4 ਚੈਂਬਰਸ ਹੋ ਗਏ, ਠੀਕ ਹੈ। ਸਾਰੀ ਸਰਕੂਲੇਸ਼ਨ ਦੱਸੀ ਹੋਈ ਹੈ ਕਿੱਥੋਂ ਬਲੱਡ ਕਿੱਧਰ ਨੂੰ ਫਲੋ ਕਰਦਾ ਹੈ ਨਾ। ਇਹ ਹੈਗਾ ਰਾਈਟ ਏਟਰੀਅਮ, ਰਾਈਟ ਵੈਂਟਰੀਕਲ, ਲੈਫਟ ਏਟਰੀਅਮ, ਲੈਫਟ ਵੈਂਟਰੀਕਲ, ਇਹ ਸਾਰਿਆਂ ਨੇ ਸੁਣਿਆ ਹੋਣਾ, ਠੀਕ ਹੈ। 4 ਚੈਂਬਰਸ ਹੁੰਦੇ ਨੇ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਇੱਕ ਕੁਐਸਚਨ ਦੇਖਦੇ ਨੇ ਕਿ ਇਹਦੇ ਵਿੱਚ ਬਲੱਡ ਕਿੱਧਰ ਨੂੰ ਫਲੋ ਕਰਦਾ। ਜਿਹੜਾ ਐਰੋਟਾ ਹੁੰਦਾ, ਇਹ ਐਰੋਟਾ ਆਪਣੀ ਸਾਰੇ ਸਰੀਰ ਦੇ ਵਿੱਚ ਆ ਦੇਖੋ ਇੱਥੋਂ ਦੀ ਆ ਰਿਹਾ। ਇਹ ਬਲੱਡ ਨੂੰ ਆਪਣੇ ਆਕਸੀਜਨੇਟਡ ਬਲੱਡ, ਠੀਕ ਹੈ, ਕੈਰੀ ਕਰਦਾ। ਇਹਦੇ ਵਿੱਚ ਆਕਸੀਜਨ ਹੁੰਦੀ ਹੈ, ਠੀਕ ਹੈ। ਇਹ ਆਪਣੀ ਸਾਰੀ ਬਾਡੀ ਦੇ ਵਿੱਚ ਜਿਹੜੇ ਹੋਰ ਔਰਗਨਸ ਜਿਵੇਂ ਕਿਡਨੀਜ਼ ਹੋ ਗਿਆ, ਲੀਵਰ ਹੋ ਗਿਆ, ਸਾਰੇ ਕਿਤੇ ਇਹ ਬਲੱਡ ਹੈਗਾ ਜਿਹੜਾ ਅੱਗੇ ਪਹੁੰਚਾਉਂਦਾ ਹੈ। ਜਿਹੜਾ ਇਹ ਵਾਲਾ ਹੁੰਦਾ ਇਹ ਇਨਫੀਰੀਅਰ ਵੇਨਾ ਕੇਵਾ ਹੁੰਦਾ, ਠੀਕ ਹੈ। ਇਹ ਕੀ ਕਰਦਾ? ਡੀਆਕਸੀਜਨੇਟਡ ਬਲੱਡ ਕੈਰੀ ਕਰਦਾ। ਮਤਲਬ ਇਹਦੇ ਵਿੱਚ ਜਿਹੜਾ ਬਲੱਡ ਹੈਗਾ ਇਹ ਜਿਹੜਾ ਸਰੀਰ ਤੋਂ ਵਾਪਸ ਆਉਂਦਾ ਹੈ ਆਕਸੀਜਨ ਉੱਥੇ ਛੱਡ ਕੇ, ਫਿਰ ਇਹ ਬਲੱਡ ਜਿਹੜਾ ਆਪਣੇ ਲੈਫਟ ਏਟਰੀਅਮ ਦੇ ਵਿੱਚ ਆਉਂਦਾ। ਲੈਫਟ ਏਟਰੀਅਮ ਤੋਂ ਫਿਰ ਇਹ ਆਉਂਦਾ ਨੀਚੇ ਆਪਣੇ ਵੈਂਟਰੀਕਲ ਦੇ ਵਿੱਚ। ਵੈਂਟਰੀਕਲ ਤੋਂ ਕਿੱਥੇ ਜਾਂਦਾ? ਇਹ ਪਲਮੋਨਰੀ ਆਰਟਰੀ ਦੇ ਵਿੱਚ, ਠੀਕ ਹੈ। ਪਲਮੋਨਰੀ ਆਰਟਰੀ ਹੁੰਦੀ ਹੈ। ਪਲਮੋਨਰੀ ਆਰਟਰੀ ਤੋਂ ਬਾਅਦ ਜਾਂਦਾ ਲੰਗਸ ਦੇ ਵਿੱਚ। ਲੰਗਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹ ਬਲੱਡ ਹੈ, ਠੀਕ ਹੈ, ਲੰਗਸ ਨੇ ਆਪਣੇ। ਲੰਗਸ ਦੇ ਵਿੱਚ ਫਿਰ ਇੱਥੇ ਹਵਾ ਦਾ ਐਕਸਚੇਂਜ ਹੁੰਦਾ, ਠੀਕ ਹੈ। ਆਕਸੀਜਨ ਕਾਰਬਨ ਡਾਈਆਕਸਾਈਡ ਦਾ ਐਕਸਚੇਂਜ ਹੁੰਦਾ। ਫਿਰ ਉਸ ਤੋਂ ਬਾਅਦ ਲੰਗਸ ਤੋਂ ਬਾਅਦ ਕਿੱਥੇ ਜਾਂਦਾ? ਇਹ ਵਾਪਿਸ ਪਲਮੋਨਰੀ ਵੇਨਸ ਦੇ ਵਿੱਚ, ਠੀਕ ਹੈ। ਲੰਗਸ ਤੋਂ ਬਾਅਦ ਇਹ ਪਲਮੋਨਰੀ ਵੇਨਸ ਦੇ ਵਿੱਚ ਆ ਜਾਂਦਾ। ਪਲਮੋਨਰੀ ਵੇਨਸ ਤੋਂ ਫਿਰ ਕੀ ਕਰਦਾ? ਇਹ ਲੈਫਟ ਏਟਰੀਅਮ ਦੇ ਵਿੱਚ ਆ ਜਾਂਦਾ। ਲੈਫਟ ਏਟਰੀਅਮ ਤੋਂ ਲੈਫਟ ਵੈਂਟਰੀਕਲ ਦੇ ਵਿੱਚ। ਫਿਰ ਉਸ ਤੋਂ ਬਾਅਦ ਇਹ ਐਰੋਟਾ 'ਚ ਚਲਿਆ ਜਾਂਦਾ। ਐਰੋਟਾ ਤੋਂ ਕੀ ਹੁੰਦਾ ਹੈ ਅੱਗੇ ਇਹ ਜੀ ਆਪਣੇ ਸਰੀਰ ਦੇ ਵਿੱਚ ਫਿਰ ਦੁਬਾਰਾ ਆਕਸੀਜਨੇਟਡ ਬਲੱਡ ਨੂੰ, ਠੀਕ ਹੈ, ਕੈਰੀ ਕਰਦਾ। ਨੈਕਸਟ ਹੈ ਜੀ ਜੀਵਤ ਸਰੀਰ ਦੀ ਢਾਂਚਾਗਤ ਅਤੇ ਰਚਨਾਤਮਕ ਇਕਾਈ ਕਿਹੜੀ ਹੈ? ਮਤਲਬ ਵਾਟ ਇਜ਼ ਦਾ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਿਵਿੰਗ ਬਾਡੀ। ਢਾਂਚਾਗਤ ਮਤਲਬ ਆਪਣੇ ਸਰੀਰ ਨੂੰ ਕਿਹੜੀ ਚੀਜ਼ ਹੈ, ਕਿਹੜੀ ਇਕਾਈ ਹੈ ਜਿਹਦੇ ਨਾਲ ਆਪਣਾ ਸਰੀਰ ਬਣਦਾ ਹੈ। ਕਿਸ ਚੀਜ਼ ਤੋਂ ਬਣਿਆ ਹੋਇਆ? ਸੈੱਲ ਤੋਂ, ਠੀਕ ਹੈ। ਸੈੱਲ ਕੀ ਹੁੰਦਾ? ਸੈੱਲ ਦੀ ਅਗਰ ਤੁਹਾਨੂੰ ਯਾਦ ਹੋਵੇ, ਤੁਸੀਂ ਛੋਟੇ ਕਲਾਸਿਸ ਦੇ ਵਿੱਚ ਡਾਇਗਰਾਮ ਪੜ੍ਹੀ ਸੀਗੀ। ਸੈੱਲ ਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਹੈ ਨਾ। ਇੱਕ ਇਹਦੇ ਵਿੱਚ ਮੇਨ ਆਪਾਂ ਦੇਖਾਂਗੇ। ਇੱਕ ਇਹਦੇ ਵਿੱਚ ਇੱਦਾਂ ਦਾ ਕਰਕੇ ਗੋਲਗੀ ਅਪਰੇਟਸ ਬਣੇ ਹੁੰਦੇ ਨੇ, ਠੀਕ ਹੈ। ਇੱਕ ਇਹਦੇ ਵਿੱਚ ਹੁੰਦਾ ਹੈ ਮਾਈਟੋਕੌਂਡਰੀਆ। ਇੱਕ ਇਹਦੇ ਵਿੱਚ ਮੇਨ ਰਾਈਬੋਸੋਮਸ ਹੁੰਦੇ ਨੇ, ਇੱਦਾਂ ਦੀ ਸ਼ੇਪ ਹੁੰਦੀ ਹੈ, ਠੀਕ ਹੈ। ਬਾਕੀ ਜਿਹੜਾ ਫਲੂਇਡ ਹੁੰਦਾ ਇਹਨੂੰ ਸਾਈਟੋਪਲਾਜ਼ਮ ਕਹਿੰਦੇ ਨੇ। ਸੈੱਲ ਮੈਂਬਰੇਨ ਜਿਹੜੀ ਆ ਬਾਹਰਲੀ ਹੁੰਦੀ ਹੈ ਇਹਨੂੰ ਸੈੱਲ ਮੈਂਬਰੇਨ ਕਹਿੰਦੇ ਨੇ, ਠੀਕ ਹੈ। ਜਿਹੜਾ ਇਹ ਸੈੱਲ ਹੁੰਦਾ ਇਹ ਸੈੱਲ ਅੱਗੇ ਕਾਫੀ ਸਾਰੇ ਸੈੱਲ ਮਿਲ ਕੇ 1 ਤੋਂ 2, 2 ਤੋਂ 4 ਸੈੱਲ ਮਿਲ ਕੇ ਕੀ ਬਣਦੇ ਨੇ? ਆਰਗਨ ਬਣਦਾ। ਇੱਕ ਆਰਗਨ ਤੋਂ ਫਿਰ ਆਪਣਾ ਇੱਕ ਆਰਗੈਨਿਕ ਸਿਸਟਮ ਬਣਦਾ ਆਪਣੀ ਬਾਡੀ ਦਾ,
ਸੋ ਸੈੱਲ ਕੀ ਆਪਣਾ ਇੰਪੋਰਟੈਂਟ ਪਾਰਟ ਹੈ, ਜਿਹਦਾ ਮਤਲਬ ਇੱਕ ਲਿਵਿੰਗ ਬਾਡੀ ਦਾ ਸਭ ਤੋਂ ਜਿਹੜਾ ਜ਼ਰੂਰੀ ਲਿਵਿੰਗ ਬਾਡੀ ਦਾ ਜਿਹੜਾ ਸਭ ਤੋਂ ਜ਼ਰੂਰੀ ਪਾਰਟ ਹੈਗਾ ਉਹ ਸੈੱਲ ਹੈ। ਸੈੱਲ ਤੋਂ ਕੀ ਬਣਦੀ ਹੈ? ਇੱਕ ਪੂਰੀ ਬਾਡੀ ਬਣਦੀ ਹੈ, ਇੱਕ ਪੂਰਾ ਆਰਗੈਨਿਕ ਸਿਸਟਮ ਬਣਦਾ ਹੈ ਨਾ। ਅਗਲਾ ਹੈ ਜੀ ਟੋਟਲ ਲੰਗ ਕਪੈਸਿਟੀ, ਮਤਲਬ ਫੇਫੜੇ ਦੀ ਕੁੱਲ ਸਮਰੱਥਾ ਕਿੰਨੀ ਹੁੰਦੀ ਹੈ। ਫੇਫੜੇ ਕਿੰਨੀ ਹਵਾ ਜਿਹੜੀ ਉਹ ਅੰਦਰ ਲੈ ਕੇ ਜਾ ਸਕਦੇ ਨੇ? 6000 ਮਿਲੀਲੀਟਰ। ਠੀਕ ਹੈ, 6000 ਮਿਲੀਲੀਟਰ ਜਿਹੜੀ ਹੈਗੀ ਹੈ ਇਹ ਟੋਟਲ ਲੰਗ ਕਪੈਸਿਟੀ ਹੁੰਦੀ ਹੈ। ਫੇਫੜੇ ਦੀ ਹਵਾ ਲੈ ਕੇ ਜਾਣ ਦੀ ਕੁੱਲ ਸਮਰੱਥਾ ਹੁੰਦੀ ਹੈ। ਨੈਕਸਟ ਇਹ ਸਾਰੇ ਜਿਹੜੇ ਰੈਸਪੀਰੇਸ਼ਨ ਸਾਹ ਕਿਰਿਆ ਨਾਲ ਰਿਲੇਟਡ ਜਿਹੜੇ ਕੁਐਸਚਨਸ ਨੇ ਜੀ। ਨੈਕਸਟ ਹੈ ਜੀ ਵਾਟ ਇਜ਼ ਦਾ ਟਾਈਡਲ ਵੋਲਿਊਮ। ਸਾਹ ਕਿਰਿਆ ਦੌਰਾਨ ਅੰਦਰ ਲਈ ਗਈ ਅਤੇ ਬਾਹਰ ਛੱਡੀ ਗਈ ਹਵਾ ਦੀ ਘਣਤਾ ਵੋਲਿਊਮ ਕਿੰਨੀ ਹੁੰਦੀ ਹੈ। ਆਪਣਾ ਮਤਲਬ ਜਿਹੜੇ ਆਪਣੇ ਫੇਫੜੇ ਨੇ ਉਹ ਟੋਟਲ ਕਿੰਨੀ ਹਵਾ ਜਿਹੜੀ ਹੈਗੀ ਆ ਉਹ ਅੰਦਰ ਲੈ ਕੇ ਜਾਂਦੇ ਨੇ ਤੇ ਬਾਹਰ ਛੱਡਦੇ ਨੇ। ਠੀਕ ਹੈ, ਇਹਦਾ ਆਨਸਰ ਹੈਗਾ ਜੀ 500 ਮਿਲੀਲੀਟਰ। ਮਤਲਬ ਇੱਕ ਵਾਰ 'ਚ ਜਿਹੜੀ ਆਪਾਂ ਹਵਾ ਅੰਦਰ ਲੈ ਕੇ ਜਾਂਦੇ ਹਾਂ ਉਹਦੇ ਵਿੱਚ ਕਿੰਨੀ ਹਵਾ ਲੈ ਕੇ ਜਾਂਦੇ ਹਾਂ, ਕਿੰਨੀ ਵੋਲਿਊਮ ਲੈ ਕੇ ਜਾਂਦੇ ਹਾਂ ਹਵਾ ਦਾ? 500 ml ਹਵਾ ਦਾ ਵੋਲਿਊਮ ਅੰਦਰ ਲੈ ਕੇ ਜਾਂਦੇ ਹਾਂ। ਠੀਕ ਹੈ, ਤੇ ਉਨੀ 500 ml ਵੋਲਿਊਮ ਬਾਹਰ ਛੱਡਦੇ ਹਾਂ ਆਪਾਂ। ਨੈਕਸਟ ਹੈ ਜੀ ਸਾਹ ਅੰਦਰ ਖਿੱਚਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ। ਮਤਲਬ ਵੈਨ ਦਾ ਏਅਰ ਇਜ਼ ਇਨਹੇਲਡ ਇਨਟੂ ਲੰਗਸ। ਠੀਕ ਹੈ, ਇਨਹੇਲ ਕਰਦੇ ਹਾਂ ਏਅਰ ਜਦੋਂ ਆਪਾਂ, ਉਸ ਪ੍ਰੋਸੀਜਰ ਨੂੰ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ? ਕੀ ਕਹਿੰਦੇ ਆਪਾਂ? ਇੰਸਪੀਰੇਸ਼ਨ। ਇੰਸਪੀਰੇਸ਼ਨ ਮਤਲਬ ਅੰਦਰ ਸਾਹ ਲੈਣਾ। ਨੈਕਸਟ ਇੱਕ ਇਦਾਂ ਦਾ ਕੁਐਸਚਨ ਬਣ ਜੂ ਕਿ ਜਦੋਂ ਆਪਾਂ ਐਗਜ਼ੇਲ ਕਰਦੇ ਹਾਂ ਏਅਰ ਨੂੰ, ਐਗਜ਼ੇਲ ਮਤਲਬ ਬਾਹਰ ਕੱਢਦੇ ਹਾਂ, ਉਹਨੂੰ ਕੀ ਕਵਾਂਗੇ? ਐਕਸਪੀਰੇਸ਼ਨ। ਠੀਕ ਹੈ, ਇਨਹੇਲ ਤੇ ਐਗਜ਼ੇਲ ਦੇ ਨਾਲ ਰਿਲੇਟਡ ਇਨਹੇਲ ਇੰਸਪੀਰੇਸ਼ਨ, ਐਗਜ਼ੇਲ ਐਕਸਪੀਰੇਸ਼ਨ। ਹਵਾ ਨੂੰ ਬਾਹਰ ਕੱਢਣ ਨੂੰ, ਹਵਾ ਦੇ ਬਾਹਰ ਕੱਢਣ ਨੂੰ ਕਹਿੰਦੇ ਨੇ ਐਕਸਪੀਰੇਸ਼ਨ, ਹਵਾ ਦੇ ਅੰਦਰ ਲੈ ਕੇ ਜਾਣ ਨੂੰ ਕਹਿੰਦੇ ਨੇ ਇੰਸਪੀਰੇਸ਼ਨ। ਰੈਸਪੀਰੇਸ਼ਨ ਦਾ ਟੋਟਲ ਆਪਣੀ ਜਿਹੜੀ ਹੈਗੀ ਆ ਸਾਹ ਦੀ ਕਿਰਿਆ ਹੁੰਦੀ ਹੈ। ਨੈਕਸਟ ਹੈ ਜੀ ਸਾਹ ਦੌਰਾਨ ਅਸੀਂ ਕਿੰਨੀ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ। ਮਤਲਬ ਇੰਸਪੀਰੇਸ਼ਨ ਜਦੋਂ ਕਰਦੇ ਆਪਾਂ ਸਾਹ ਅੰਦਰ ਖਿੱਚਦੇ ਹਾਂ ਕਿੰਨੇ % ਆਕਸੀਜਨ ਇਨਹੇਲ ਕਰਦੇ ਹਾਂ। ਦੇਖਿਓ ਜਦੋਂ ਆਪਾਂ ਇਨਹੇਲ ਕਰਦੇ ਹਾਂ ਹਵਾ ਜਦੋਂ ਆਪਾਂ ਅੰਦਰ ਲੈ ਕੇ ਜਾਂਦੇ ਹਾਂ ਤਾਂ ਆਪਾਂ 21% ਜਿਹੜੀ ਆਕਸੀਜਨ ਹੈ ਉਹ ਅੰਦਰ ਲੈ ਕੇ ਜਾਂਦੇ ਹਾਂ, ਤੇ ਜਦੋਂ ਆਪਾਂ ਬਾਹਰ ਕੱਢਦੇ ਹਾਂ ਹਵਾ ਤਾਂ ਕਿੰਨੀ ਆਕਸੀਜਨ ਬਾਹਰ ਛੱਡਦੇ ਹਾਂ? 16%। ਠੀਕ ਹੈ, 16% ਜਦੋਂ ਹਵਾ ਬਾਹਰ ਕੱਢਦੇ ਹਾਂ, ਸਾਹ ਬਾਹਰ ਛੱਡਦੇ ਹਾਂ, ਉਦੋਂ ਬਾਹਰ ਨਿਕਲਦੀ ਹੈ। ਠੀਕ ਹੈ, ਤੇ ਅੰਦਰ ਲੈ ਕੇ ਜਾਣ ਟਾਈਮ ਕਿੰਨੀ ਆਕਸੀਜਨ ਲੈਂਦੇ ਹਾਂ? 21%। ਇਸ ਤੋਂ ਇਲਾਵਾ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਉਹ ਆਪਾਂ ਕਿੰਨੀ ਛੱਡਦੇ ਹਾਂ? ਜਦੋਂ ਆਪਾਂ ਹਵਾ ਅੰਦਰ ਲੈ ਕੇ ਜਾਂਦੇ ਹਾਂ ਕਿੰਨੀ ਇਨਹੇਲ ਕਰ ਲੈਂਦੇ ਹਾਂ? 0.4%। 0.04% ਜਿਹੜੀ ਹੈਗੀ ਇਹ ਕਾਰਬਨ ਡਾਈਆਕਸਾਈਡ ਆਪਾਂ ਇਨਹੇਲ ਕਰਦੇ ਹਾਂ। ਜਦੋਂ ਆਪਾਂ ਹਵਾ ਬਾਹਰ ਛੱਡਦੇ ਹਾਂ ਤਾਂ ਉਦੋਂ ਆਪਾਂ ਕਾਰਬਨ ਡਾਈਆਕਸਾਈਡ ਕਿੰਨੀ ਛੱਡਦੇ ਹਾਂ? 4%। ਠੀਕ ਹੈ ਜੀ, 4% ਹਵਾ ਜਿਹੜੀ ਹੈਗੀ ਕਾਰਬਨ ਡਾਈਆਕਸਾਈਡ ਆਪਾਂ ਬਾਹਰ ਛੱਡਦੇ ਹਾਂ। ਹਾਂਜੀ, ਨੈਕਸਟ ਹੈ ਪਾਵਰ ਹਾਊਸ ਆਫ ਦਾ ਸੈੱਲ। ਠੀਕ ਹੈ, ਮਤਲਬ ਸੈੱਲ ਦਾ ਪਾਵਰ ਹਾਊਸ ਕਿਹੜਾ ਹੁੰਦਾ, ਕਿਹਨੂੰ ਕਹਿੰਦੇ ਆਪਾਂ? ਤੁਹਾਨੂੰ ਪਿੱਛੇ ਮੈਂ ਪੜ੍ਹਾਇਆ ਸੀ ਸੈੱਲ ਦੀ ਡਾਇਗਰਾਮ। ਸੈੱਲ ਦੀ ਡਾਇਗਰਾਮ ਦੇ ਵਿੱਚ ਇੱਕ ਆਪਾਂ ਨਿਊਕਲੀਅਸ ਦੇਖਿਆ ਸੀਗਾ। ਠੀਕ ਹੈ, ਇੱਕ ਆਹ ਹੁੰਦੇ ਨੇ ਛੋਟੇ ਛੋਟੇ ਪੁਆਇੰਟਸ ਜਿਹੜੇ ਹੁੰਦੇ ਨੇ, ਰਾਈਬੋਸੋਮਸ ਦੇਖੇ ਸੀਗੇ, ਰਾਈਬੋਸੋਮਸ ਹੁੰਦੇ ਨੇ। ਇੱਕ ਆਪਾਂ ਇੱਦਾਂ ਦੀ ਡਾਇਗਰਾਮ ਐਵੇਂ ਜਿਹੇ ਕਰਕੇ ਡਾਇਗਰਾਮ ਦੇਖੀ ਸੀ, ਮਾਈਟੋਕੌਂਡਰੀਆ ਹੁੰਦੇ ਨੇ ਨਾ। ਸੋ ਜਿਹੜਾ ਪਾਵਰ ਹਾਊਸ ਹੈ ਉਹ ਕਿਹਨੂੰ ਕਿਹਾ ਜਾਂਦਾ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ। ਜਿਹੜਾ ਮਾਈਟੋਕੌਂਡਰੀਆ ਇਹਨੂੰ ਆਪਾਂ ਸੈੱਲ ਦਾ ਪਾਵਰ ਹਾਊਸ ਕਹਿੰਦੇ ਹਾਂ। ਠੀਕ ਹੈ, ਮਤਲਬ ਸੈੱਲ ਨੂੰ ਜਿਹੜੀ ਸਾਰੀ ਐਨਰਜੀ, ਸਾਰੀ ਪਾਵਰ ਹੈ ਉਹ ਇੱਥੋਂ ਮਿਲਦੀ ਹੈ, ਮਾਈਟੋਕੌਂਡਰੀਆ ਤੋਂ। ਹਾਂਜੀ, ਅੱਗੇ ਹੈਗਾ ਉਹਦੇ ਨਾਲ ਰਿਲੇਟਡ ਕੁਐਸਚਨ, ਪ੍ਰੋਟੀਨ ਫੈਕਟਰੀ ਸੈੱਲ ਦੀ ਕਿਹੜੀ ਹੁੰਦੀ ਹੈ? ਰਾਈਬੋਸੋਮਸ ਜਿਹੜੇ ਹੁੰਦੇ ਨੇ, ਠੀਕ ਹੈ, ਉਹ ਕੀ ਹੁੰਦੇ ਨੇ? ਪ੍ਰੋਟੀਨ ਫੈਕਟਰੀ। ਹਾਂਜੀ, ਨੈਕਸਟ ਹੈ ਲਾਰਜੈਸਟ ਸੈੱਲ ਆਰਗੇਨਲਸ। ਮਤਲਬ ਸਭ ਤੋਂ ਵੱਡਾ ਸੈੱਲ ਅੰਗ ਕਿਹੜਾ ਹੈ? ਆਪਣੇ ਸਰੀਰ ਦੇ ਵਿੱਚ ਜੋ ਸੈੱਲ ਹੁੰਦਾ, ਸੈੱਲ ਅੰਗ ਉਸਦਾ ਸਭ ਤੋਂ ਵੱਡਾ ਕਿਹੜਾ ਹੁੰਦਾ? ਇਹ ਹੁੰਦਾ ਜੀ ਨਿਊਕਲੀਅਸ। ਪਿੱਛੇ ਆਪਾਂ ਸੈੱਲ ਦੀ ਪੂਰੀ ਡਾਇਗਰਾਮ ਦੇਖੀ ਸੀ, ਉਹਦੇ ਵਿੱਚ ਜਿਹੜਾ ਨਿਊਕਲੀਅਸ ਸੀਗਾ ਉਹ ਸੈੱਲ ਦਾ ਸਭ ਤੋਂ ਵੱਡਾ ਅੰਗ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਣ ਵਾਲਾ ਟਿਸ਼ੂ। ਜੋ ਆਪਣੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਟਿਸ਼ੂ ਪਾਇਆ ਜਾਂਦਾ ਉਹਨੂੰ ਕੀ ਕਹਿੰਦੇ ਨੇ? ਉਹਦਾ ਕੀ ਨਾਮ ਹੈ? ਉਹਦਾ ਨਾਮ ਹੈਗਾ ਜੀ ਕਨੈਕਟਿਵ ਟਿਸ਼ੂ। ਠੀਕ ਹੈ, ਕਨੈਕਟਿਵ ਟਿਸ਼ੂ ਹੈਗਾ ਜਿਹੜਾ ਇਹ ਮੋਸਟਲੀ ਆਪਣੀ ਬਾਡੀ ਜਿਹੜੀ ਹੈਗੀ ਇਹ ਤੋਂ ਬਣੀ ਹੋਈ ਹੈ। ਇਹ ਸਾਰੀਆਂ ਦੀਆਂ ਟਾਈਪਸ ਨੇ, ਮੇਨਲੀ 4 ਟਾਈਪ ਦੇ ਟਿਸ਼ੂਜ਼ ਹੁੰਦੇ ਨੇ।
ਕਨੈਕਟਿਵ ਟਿਸ਼ੂ, ਐਪੀਥੀਲੀਅਲ ਟਿਸ਼ੂ, ਮਸਲ ਟਿਸ਼ੂ ਤੇ ਨਰਵਸ ਟਿਸ਼ੂ, ਇਹ ਸਾਰੇ ਬਣ ਕੇ ਕੀ ਕਰਦੇ ਨੇ, ਆਪਣੀ ਸਕਿਨ ਬਣਾਉਂਦੇ ਨੇ। ਠੀਕ ਹੈ, ਆਪਣੀ ਜੋ ਬਾਡੀ ਹੈਗੀ ਆ ਉਹਨੂੰ ਬਣਾਉਂਦੇ ਨੇ। ਨੈਕਸਟ ਹੈ ਜੀ ਯੂਨੀਵਰਸਲ ਡੋਨਰ ਬਲੱਡ ਗਰੁੱਪ। ਇਹਦਾ ਮਤਲਬ ਕੀ ਹੈ ਕਿ ਕਿਹੜਾ ਇਨਸਾਨ ਹੈ ਯੂਨੀਵਰਸਲ ਡੋਨਰ ਬਲੱਡ ਗਰੁੱਪ, ਮਤਲਬ ਡੋਨਰ ਹੁੰਦਾ ਦੇਣ ਵਾਲਾ। ਠੀਕ ਹੈ, ਕਿਹੜਾ ਇਨਸਾਨ ਹੈ, ਕਿਹੜੇ ਬਲੱਡ ਗਰੁੱਪ ਵਾਲਾ ਇਨਸਾਨ ਹੈ ਜੋ ਹਰ ਇੱਕ ਬਲੱਡ ਗਰੁੱਪ ਨੂੰ, ਠੀਕ ਹੈ, ਆਪਣਾ ਬਲੱਡ ਗਰੁੱਪ ਦੇ ਸਕਦਾ ਹੈ, ਡੋਨੇਟ ਕਰ ਸਕਦਾ ਹੈ। ਉਹ ਕਿਹੜਾ ਹੁੰਦਾ, O ਨੈਗੇਟਿਵ। ਠੀਕ ਹੈ, ਯੂਨੀਵਰਸਲ ਡੋਨਰ ਹੁੰਦਾ ਇਹ। ਯੂਨੀਵਰਸਲ ਡੋਨਰ ਕਿਹੜਾ ਹੁੰਦਾ, O ਨੈਗੇਟਿਵ। ਜਿਹੜਾ ਵੀ O ਨੈਗੇਟਿਵ ਬਲੱਡ ਗਰੁੱਪ ਵਾਲਾ ਆਦਮੀ ਹੁੰਦਾ ਹੈ ਜਾਂ ਕੋਈ ਵੀ ਇਨਸਾਨ ਹੁੰਦਾ ਹੈ, ਉਹ ਹਰ ਇੱਕ ਬਲੱਡ ਗਰੁੱਪ ਵਾਲੇ ਨੂੰ ਆਪਣਾ ਬਲੱਡ ਡੋਨੇਟ ਕਰ ਸਕਦਾ ਹੈ। ਨੈਕਸਟ ਹੈ ਜੀ ਯੂਨੀਵਰਸਲ ਰਿਸਿਪੀਐਂਟ। ਰਿਸਿਪੀਐਂਟ ਮਤਲਬ ਲੈਣ ਵਾਲਾ। ਠੀਕ ਹੈ, ਯੂਨੀਵਰਸਲ ਰਿਸੀਵਰ ਕਿਹੜਾ ਬਲੱਡ ਗਰੁੱਪ ਹੈ ਜੋ ਹਰ ਇੱਕ ਬਲੱਡ ਗਰੁੱਪ ਨੂੰ, ਹਰ ਇੱਕ ਇਨਸਾਨ ਦੇ ਬਲੱਡ ਨੂੰ ਲੈ ਸਕਦਾ ਹੈ, ਉਹ ਹੁੰਦਾ AB ਪੋਜ਼ਿਟਿਵ। AB ਪੋਜ਼ਿਟਿਵ ਕੀ ਹੈ, ਇਹ ਯੂਨੀਵਰਸਲ ਰਿਸਿਪੀਐਂਟ ਹੈ। O ਨੈਗੇਟਿਵ ਯੂਨੀਵਰਸਲ ਡੋਨਰ ਹੈ। ਠੀਕ ਹੈ, ਇਹ ਹਰ ਇੱਕ ਬੰਦੇ ਨੂੰ ਬਲੱਡ ਦੇ ਸਕਦਾ ਹੈ, ਇਹ ਹਰ ਇੱਕ ਬੰਦੇ ਤੋਂ ਬਲੱਡ ਲੈ ਸਕਦਾ ਹੈ। ਠੀਕ ਹੈ, ਮਤਲਬ ਇਹਨਾਂ ਦੇ ਵਿੱਚ ਇਹਦਾ ਇਹ ਹੁੰਦਾ ਆ, ਮਤਲਬ ਕਿ ਇਹਨਾਂ ਦੇ ਵਿੱਚ ਕੋਈ ਰਿਐਕਸ਼ਨ ਨਹੀਂ ਹੁੰਦਾ। ਠੀਕ ਹੈ, O ਨੈਗੇਟਿਵ ਕਿਸੇ ਵੀ ਬਲੱਡ ਗਰੁੱਪ ਨੂੰ ਅਗਰ ਆਪਾਂ ਚਾੜਦੇ ਹਾਂ ਤਾਂ ਉਹਦੇ ਨਾਲ ਕੋਈ ਰਿਐਕਸ਼ਨ ਨਹੀਂ ਹੋਏਗਾ। AB ਪੋਜ਼ਿਟਿਵ ਕੋਈ ਵੀ ਬਲੱਡ ਗਰੁੱਪ ਲੈ ਲੈਂਦਾ ਤਾਂ ਇਹਦਾ ਉਹਦੇ ਨਾਲ ਕੋਈ ਰਿਐਕਸ਼ਨ ਨਹੀਂ ਹੋਏਗਾ। ਠੀਕ ਹੈ, ਨੈਕਸਟ ਹੈ ਜੀ ਵਿਚ ਇਜ਼ ਦ ਸਟਰੋਂਗੈਸਟ ਬੋਨ ਇਨ ਹਿਊਮਨ ਬੋਡੀ। ਦੇਖੋ ਇਹਦਾ ਆਂਸਰ ਇਹ ਐਕਚੁਅਲੀ ਇੱਥੇ ਆਏਗਾ ਵਿਚ ਇਜ਼ ਦ ਸਟਰੋਂਗੈਸਟ ਬੋਨ ਆਫ ਫੇਸ਼ੀਅਲ ਸਕੈਲੇਟਲ, ਮਤਲਬ ਆਪਣੇ ਫੇਸ ਦੀ। ਠੀਕ ਹੈ, ਫੇਸ ਦੀ ਸਟਰੋਂਗੈਸਟ ਬੋਨ ਦੱਸਣਾ, ਸਰੀਰ ਦੀ ਨਹੀਂ ਹੈਗੀ, ਸਰੀਰ ਦੀ ਕੋਈ ਹੋਰ ਹੁੰਦੀ ਹੈ। ਦੇਖੋ ਇਹਦੇ ਵਿੱਚ ਜਾ ਬੋਨ, ਨੈਕ ਬੋਨ, ਹਿਪ ਬੋਨ ਐਂਡ ਐਕਸਟ੍ਰੀਮਿਟੀ ਬੋਨਸ, ਮਤਲਬ ਐਕਸਟ੍ਰੀਮਿਟੀਜ਼ ਆਪਣੇ ਹੱਥ ਬਾਹਾਂ ਹੋ ਗਈਆਂ। ਠੀਕ ਹੈ, ਇਹ ਲਿਖਿਆ ਹੋਇਆ। ਇਹਦਾ ਆਂਸਰ ਹੈ ਜੀ ਜਾ ਬੋਨ। ਆਪਣੇ ਆਪਣਾ ਜਿਹੜਾ ਫੇਸ ਹੁੰਦਾ ਉਹਦੀ ਸਭ ਤੋਂ ਸਟਰੋਂਗੈਸਟ ਬੋਨ ਜਾ ਬੋਨ ਹੁੰਦੀ ਹੈ। ਠੀਕ ਹੈ, ਇਹਨੂੰ ਮੈਂਡੀਬਲ ਵੀ ਕਹਿੰਦੇ ਨੇ। ਠੀਕ ਹੈ ਜੀ, ਮੈਂਡੀਬਲ ਜਿਹੜੀ ਹੁੰਦੀ ਆ ਸਭ ਤੋਂ ਸਟਰੋਂਗੈਸਟ ਬੋਨ ਹੁੰਦੀ ਹੈ ਆਪਣੇ ਫੇਸ਼ੀਅਲ ਸਕੈਲੇਟਲ ਦੀ। ਅਗਰ ਹਿਊਮਨ ਬਾਡੀ ਦੀ ਪੁੱਛੀ ਜਾਵੇ ਤਾਂ ਹੁੰਦੀ ਹੈ ਫੀਮਰ। ਠੀਕ ਹੈ, ਫੀਮਰ ਜੋ ਆਪਣੀ ਲੈਗ ਦੇ ਵਿੱਚ ਹੁੰਦੀ ਹੈ, ਅੱਪਰ ਲੈਗ ਦੇ ਵਿੱਚ ਜਿਹੜੀ ਆਪਣੀ ਪੈਲਵਿਸ ਤੋਂ ਸ਼ੁਰੂ ਹੁੰਦੀ ਹੈ, ਉਹ ਵਾਲੀ ਫੀਮਰ ਬੋਨ ਜਿਹੜੀ ਹੁੰਦੀ ਹੈ ਸਟਰੋਂਗੈਸਟ ਮਜ਼ਬੂਤ ਹੱਡੀ ਹੁੰਦੀ ਹੈ ਸਰੀਰ ਦੀ। ਠੀਕ ਹੈ, ਇਹ ਹੈਗੀ ਸਟਰੋਂਗੈਸਟ ਬੋਨ ਆਫ ਆਪਣੇ ਫੇਸ ਦੀ। ਜੌ ਬੋਨ ਕੀ ਹੈ, ਆਪਣੇ ਫੇਸ ਦੀ ਸਭ ਤੋਂ ਮਜ਼ਬੂਤ ਹੱਡੀ। ਨੈਕਸਟ ਹੈ ਜੀ ਵਿਚ ਇਜ਼ ਦ ਸਮੋਲੈਸਟ ਬੋਨ, ਮਤਲਬ ਸਰੀਰ ਦੀ ਸਭ ਤੋਂ ਛੋਟੀ ਹੱਡੀ। ਦੇਖੋ ਜਿਹੜੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਹੁੰਦੀ ਹੈ ਉਹ ਕੰਨ ਦੀ ਹੱਡੀ ਹੁੰਦੀ ਹੈ। ਠੀਕ ਹੈ, ਕੰਨ ਦੀ ਹੱਡੀ ਕਿਹੜੀ ਹੁੰਦੀ ਹੈ, ਸਟੈਪਿਸ। ਸਟੈਪਿਸ ਇੱਕ ਇਹੋ ਜਿਹੀ ਹੱਡੀ ਹੈ ਜੋ ਆਪਣੀ ਕੰਨ ਦੇ ਵਿੱਚ ਹੁੰਦੀ ਹੈ ਤੇ ਸਭ ਤੋਂ ਸਰੀਰ ਦੇ ਵਿੱਚ ਸਭ ਤੋਂ ਛੋਟੀ ਹੱਡੀ ਹੁੰਦੀ ਹੈ ਇਹ। ਨੈਕਸਟ ਹੈ ਜੀ ਸਰੀਰ ਦੀ ਸਭ ਤੋਂ ਵੱਡੀ ਹੱਡੀ। ਦੇਖੋ ਲੌਂਗੈਸਟ ਐਂਡ ਸਟਰੋਂਗੈਸਟ ਇਹ ਦੋਨੋਂ ਹੁੰਦੀ ਹੈ। ਠੀਕ ਹੈ, ਆਪਾਂ ਤੁਹਾਨੂੰ ਮੈਂ ਪਿੱਛੇ ਦੱਸਤਾ ਲੌਂਗੈਸਟ ਐਂਡ ਸਟਰੋਂਗੈਸਟ ਕਿਹੜੀ ਹੁੰਦੀ ਹੈ, ਫੀਮਰ। ਠੀਕ ਹੈ, ਇਹ ਜਿਹੜੀ ਹੁੰਦੀ ਹੈ ਆਪਣੇ ਲੈਗ ਦੇ ਵਿੱਚ ਹੁੰਦੀ ਹੈ, ਜਿੱਦਾਂ ਇੱਥੋਂ ਪੈਲਵਿਸ ਸ਼ੁਰੂ ਹੋ ਜਾਂਦਾ ਹੈ, ਇੱਥੋਂ ਆਪਣੀ ਲੈਗ ਸ਼ੁਰੂ ਹੁੰਦੀ ਹੈ। ਠੀਕ ਹੈ, ਥਾਈ ਜਿਹੜੀ ਥਾਈ ਬੋਨ ਕਹਿੰਦੇ ਨੇ ਇਹਨੂੰ। ਠੀਕ ਹੈ, ਥਾਈ ਬੋਨ ਹੁੰਦੀ ਹੈ, ਇਹ ਕੀ ਹੁੰਦੀ ਹੈ, ਇੱਥੋਂ ਆਪਣਾ ਨੀ ਸ਼ੁਰੂ ਹੁੰਦਾ ਹੈ ਤੇ ਆਪਣੇ ਇੱਥੇ ਲੋਅਰ ਲੈਗ ਹੁੰਦੀ ਹੈ। ਜਿਹੜੀ ਇਹ ਵਾਲੀ ਬੋਨ ਹੁੰਦੀ ਹੈ ਇਹ ਫੀਮਰ ਹੁੰਦੀ ਹੈ। ਇਹ ਸਭ ਤੋਂ ਸਟਰੋਂਗੈਸਟ ਐਂਡ ਲੌਂਗੈਸਟ ਬੋਨ ਹੁੰਦੀ ਹੈ ਜੀ। ਅਗਲਾ ਜੀ ਵਿਚ ਬੋਨ ਇਜ਼ ਨੋਨ ਐਜ਼ ਕਾਲਰ ਬੋਨ, ਮਤਲਬ ਕਿਹੜੀ ਹੱਡੀ ਨੂੰ ਕਾਲਰ ਬੋਨ ਕਿਹਾ ਜਾਂਦਾ ਹੈ। ਕਾਲਰ ਬੋਨ ਕਿਹੜੀ ਹੱਡੀ ਨੂੰ ਕਿਹਾ ਜਾਂਦਾ ਜੀ, ਕਲੈਵੀਕਲ ਨੂੰ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਲੈਵੀਕਲ ਜਿਹੜੀ ਹੈਗੀ ਆ ਇਹ ਆਪਣੇ ਨੈਕ ਦੇ ਨੀਚੇ ਇੱਕ ਇੱਦਾਂ ਹੱਡੀ ਹੁੰਦੀ ਹੈ ਨਾ, ਐਵੇਂ ਜਿਹੀ ਬਣੀ ਹੁੰਦੀ ਹੈ। ਇੱਥੇ ਆਪਣੇ ਸ਼ੋਲਡਰ ਸ਼ੁਰੂ ਹੋ ਜਾਂਦੇ ਨੇ। ਜਿਹੜੀ ਇਹ ਵਾਲੀ ਬੋਨ ਹੁੰਦੀ ਹੈ ਇਹ ਕਲੈਵੀਕਲ ਬੋਨ ਹੁੰਦੀ ਹੈ, ਇਹਨੂੰ ਆਪਾਂ ਕਾਲਰ ਬੋਨ ਵੀ ਕਹਿੰਦੇ ਆ। ਇਸ ਤੋਂ ਇਲਾਵਾ ਇਹਨੂੰ ਜੀ ਬਿਊਟੀ ਬੋਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਅਗਲਾ ਹੈ ਜੀ RBCs ਆਰ ਫਾਰਮਡ ਇਨ, ਮਤਲਬ ਲਾਲ ਰਕਤਾਣੂ ਕਿੱਥੇ ਬਣਦੇ ਹਨ। RBCs ਮਤਲਬ ਰੈੱਡ ਬਲੱਡ ਸੈਲਸ। ਠੀਕ ਹੈ, ਲਾਲ ਖੂਨ ਦੇ ਰਕਤਾਣੂ ਜਿਹੜੇ RBCs ਨੇ ਉਹ ਬੋਨ ਮੈਰੋ ਦੇ ਵਿੱਚ ਬਣਦੇ ਨੇ, ਮਤਲਬ ਬੋਨ ਦਾ ਇੱਕ ਪਾਰਟ ਹੁੰਦਾ ਰੈੱਡ ਬੋਨ ਮੈਰੋ ਜਾਂ ਬੋਨ ਮੈਰੋ, ਜਿਹਦੇ ਵਿੱਚ RBCs ਬਣਦੇ ਨੇ। RBCs ਕੀ ਹੁੰਦੇ ਨੇ, ਰੈੱਡ ਬਲੱਡ ਸੈਲਸ ਹੁੰਦੇ ਨੇ। ਇਹਨਾਂ ਦਾ ਕੰਮ ਕੀ ਹੁੰਦਾ ਹੈ, ਰੈੱਡ ਬਲੱਡ ਸੈਲਸ ਜਿਹੜੇ ਕੀ ਨੇ ਇਹ ਆਕਸੀਜਨ ਕੈਰੀ ਕਰਦੇ ਨੇ। ਠੀਕ ਹੈ, ਜਿਹੜੀ ਆਕਸੀਜਨ ਆਪਾਂ ਕਹਿੰਦੇ ਨਾ ਕਿ ਜਿਹੜਾ ਖੂਨ ਹੈ ਉਹ ਆਕਸੀਜਨ ਕੈਰੀ ਕਰਦਾ, ਖੂਨ ਦੇ ਵਿੱਚ RBCs ਹੁੰਦੇ ਨੇ, ਲਾਲ ਰਕਤਾਣੂ ਹੁੰਦੇ ਨੇ। ਠੀਕ ਹੈ, ਉਹ ਜਿਹੜੀ ਆਕਸੀਜਨ ਹੈ ਉਹਨੂੰ ਲੈ ਕੇ ਜਾਂਦੇ ਨੇ।
ਆ ਦੇਖੋ ਆ ਬੋਨ ਦਾ, ਠੀਕ ਹੈ, ਬੋਨ ਦੀ ਸ਼ਾਫਟ ਹੈ, ਇਹ ਬੋਨ ਹੈ ਸਾਰੀ, ਜਿੱਦਾਂ ਦਾ ਬੋਨ ਬਣੀ ਹੁੰਦੀ ਹੈ। ਜਿਹੜਾ ਬੋਨ ਦਾ ਉੱਪਰ ਵਾਲਾ ਹਿੱਸਾ ਇਹ ਇੱਥੇ ਸਾਰੀ ਦੇ ਵਿੱਚ ਇੱਥੇ ਇਹ ਰੈੱਡ ਬੋਨ ਮੈਰੋ ਆ, ਇਹ ਜਿਹੜੇ RBCs ਨੇ ਇੱਥੇ ਫਾਰਮ ਹੁੰਦੇ ਨੇ, ਇੱਥੇ ਬਣਦੇ ਨੇ। ਠੀਕ ਹੈ ਜੀ। ਅਗਲਾ ਹੈ ਜੀ ਖੂਨ ਦੇ ਲਾਲ ਰਕਤਾਣੂਆਂ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ, ਲਾਈਫ ਸਪੈਨ ਕਿੰਨਾ ਹੁੰਦਾ RBCs ਰੈੱਡ ਬਲੱਡ ਸੈਲਸ ਦਾ। ਇਹਨਾਂ ਦਾ ਹੁੰਦਾ ਜੀ 120 ਡੇਜ਼, 120 ਦਿਨ ਦਾ ਜਿਹੜਾ ਹੁੰਦਾ ਇਹਨਾਂ ਦਾ ਜੀਵਨ ਸਮਾਂ ਹੁੰਦਾ। ਇਸ ਤੋਂ 120 ਦਿਨ ਦੇ ਵਿੱਚ, ਠੀਕ ਹੈ, ਜਿਹੜੇ ਹੁੰਦੇ ਨੇ ਇਹ ਜਿਉਂਦੇ ਰਹਿੰਦੇ ਨੇ। ਉਸ ਤੋਂ ਬਾਅਦ ਇਹਨਾਂ ਦੀ ਕੀ ਹੋ ਜਾਂਦੀ ਹੈ ਜੀ, ਡੈਥ ਹੋ ਜਾਂਦੀ ਹੈ। ਠੀਕ ਹੈ, ਨਵੇਂ RBCs ਫਿਰ ਬਣਨੇ ਸ਼ੁਰੂ ਹੋ ਜਾਂਦੇ ਨੇ। ਅਗਲੇ ਜੀ ਹੇਠ ਲਿਖਿਆਂ ਵਿੱਚੋਂ ਸਰੀਰ ਦਾ ਸਭ ਤੋਂ ਵੱਡਾ ਸੈੱਲ ਕਿਹੜਾ ਹੁੰਦਾ ਹੈ, ਲਾਰਜੈਸਟ ਸੈੱਲ ਕਿਹੜਾ, ਠੀਕ ਹੈ, ਹਿਊਮਨ ਬੋਡੀ ਦਾ ਲਾਰਜੈਸਟ ਸੈੱਲ ਆਫ, ਇੱਥੇ ਸਰੀਰ ਨਹੀਂ ਜੀ, ਬਲੱਡ ਆਊਗਾ। ਠੀਕ ਹੈ, ਆਪਾਂ ਬਲੱਡ ਦਾ ਲਾਰਜੈਸਟ ਸੈੱਲ ਦੱਸਣਾ ਕਿਉਂਕਿ ਸਾਰੇ ਬਲੱਡ ਨਾਲ ਰਿਲੇਟਡ ਨੇ। ਜਿਹੜਾ ਮੋਨੋਸਾਈਟਸ ਹੈਗਾ ਉਹ ਕੀ ਆ, ਬਲੱਡ ਦਾ ਲਾਰਜੈਸਟ ਸੈੱਲ ਹੁੰਦਾ। ਅਗਰ ਸਰੀਰ ਦਾ ਪੁੱਛਿਆ ਜਾਵੇ ਤਾਂ ਸਰੀਰ ਦੇ ਵਿੱਚ ਫੀਮੇਲ ਓਵਮ ਜਿਹੜਾ ਹੁੰਦਾ, ਜਿਹਨੂੰ ਆਪਾਂ ਅੰਡਾ ਕਹਿੰਦੇ ਆ, ਠੀਕ ਹੈ, ਬੱਚੇਦਾਨੀ ਦੇ ਵਿੱਚ, ਠੀਕ ਹੈ, ਫੀਮੇਲ ਓਵਮ ਜਿਹੜਾ ਹੁੰਦਾ ਉਹ ਕੀ ਹੁੰਦਾ, ਲਾਰਜੈਸਟ ਸੈੱਲ ਹੁੰਦਾ। ਹਾਂਜੀ, ਅਗਲਾ ਸਿਰ ਦੀ ਸੱਟ ਲੱਗਣ ਤੇ ਕਿਸ ਤਰ੍ਹਾਂ ਦੀ ਪੱਟੀ ਬੰਨੀ ਜਾਂਦੀ ਹੈ। ਦੇਖੋ ਇਹ ਬੈਂਡੇਜ ਦੀਆਂ ਟਾਈਪਸ ਨੇ। ਅਗਰ ਹੈਡ ਇੰਜਰੀ ਹੁੰਦੀ ਹੈ ਤਾਂ ਆਪਾਂ ਕਿਸ ਟਾਈਪ ਦੀ ਬੈਂਡੇਜ, ਠੀਕ ਹੈ, ਬੰਨਾਂਗੇ। ਹੈਡ ਇੰਜਰੀ ਤੇ ਆਪਾਂ ਕਿਸ ਤਰ੍ਹਾਂ ਦੀ ਬੈਂਡੇਜ ਬੰਨਣੀ ਹੁੰਦੀ ਹੈ ਜੀ, ਕੈਪਲਿਨ, ਕੈਪ ਦੀ ਤਰ੍ਹਾਂ ਹੁੰਦੀ ਹੈ, ਮੰਨ ਲਓ, ਠੀਕ ਹੈ, ਹੈਡ ਆਪਣਾ ਕੈਪ ਦੀ ਤਰ੍ਹਾਂ ਹੁੰਦੀ ਹੈ ਬੈਂਡੇਜ, ਜਿੱਦਾਂ ਪਹਿਲਾਂ ਸਰਕਲ ਕਰਕੇ ਫਿਰ ਉਸ ਤੋਂ ਬਾਅਦ ਇਹਨੂੰ ਸੈਂਟਰ ਦੇ ਵਿੱਚੋਂ ਦੀ ਉੱਪਰ ਦੀ ਸਿਰ ਦੇ ਉੱਪਰ ਦੀ ਲਿਜਾ ਕੇ ਫਿਰ, ਠੀਕ ਹੈ, ਸਰਕਲ ਕਰਕੇ, ਮਤਲਬ ਇੱਦਾਂ ਦੀ ਸ਼ੇਪ ਬਣ ਜਾਂਦੀ ਹੈ ਬੈਂਡੇਜ ਦੀ। ਅਗਲਾ ਹੈ ਜੀ ਆਊਟੋਕਲੇਵਸ ਆਰ ਯੂਜ਼ਡ ਇਨ ਮੈਡੀਕਲ ਸੈਟਿੰਗਸ ਟੂ ਪਰਫਾਰਮ, ਮਤਲਬ ਹਸਪਤਾਲਾਂ ਵਿੱਚ ਆਊਟੋਕਲੇਵਸ ਕਿਸ ਕੰਮ ਲਈ ਵਰਤੇ ਜਾਂਦੇ ਹਨ। ਦੇਖੋ ਆਪਾਂ ਪੜ੍ਹਿਆ ਸੀ ਆਊਟੋਕਲੇਵ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦੇ ਵਿੱਚ, ਆਪਾਂ ਜਿਹੜਾ ਆਊਟੋਕਲੇਵ ਹੈਗਾ ਉਹ ਸਟਰਲਾਈਜੇਸ਼ਨ ਲਈ ਯੂਜ਼ ਕਰਦੇ ਹਾਂ। ਸਟਰਲਾਈਜੇਸ਼ਨ ਕੀ ਹੁੰਦਾ, ਬੈਕਟੀਰੀਆਜ਼ ਤੇ ਜਰਮਸ ਨੂੰ ਕਿਲ ਕਰਨਾ, ਹੈ ਨਾ। ਇਹ ਪ੍ਰੈਸ਼ਰ ਕੁੱਕਰ ਆਊਟੋਕਲੇਵ ਹੈ। ਇਸ ਤੋਂ ਇਲਾਵਾ ਵਰਟੀਕਲ ਆਊਟੋਕਲੇਵ ਵੀ ਨੇ, ਜਿਹੜੇ ਥੋੜ੍ਹੇ ਜਿਹੇ ਵੱਡੇ ਹੁੰਦੇ ਨੇ। ਇਹ ਛੋਟੇ ਮੋਟੇ ਇੰਸਟਰੂਮੈਂਟਸ ਲਈ ਯੂਜ਼ ਕੀਤਾ ਜਾਂਦਾ, ਛੋਟੇ ਸੈਟਿੰਗਸ ਦੇ ਉੱਪਰ। ਵੱਡੇ ਆਊਟੋਕਲੇਵਸ ਵੱਡੀਆਂ ਸੈਟਿੰਗਸ ਦੇ ਤੇ ਯੂਜ਼ ਕੀਤੇ ਜਾਂਦੇ ਨੇ। ਅਗਲੇ ਜੀ ਆਊਟੋਕਲੇਵ ਵਿੱਚ ਕਿੰਨਾ ਤਾਪਮਾਨ ਰੱਖਿਆ ਜਾਂਦਾ, ਮਤਲਬ ਟੈਂਪਰੇਚਰ ਕਿੰਨਾ ਹੁੰਦਾ ਆਊਟੋਕਲੇਵ ਦੇ ਵਿੱਚ। ਆਊਟੋਕਲੇਵ ਦੇ ਵਿੱਚ ਟੈਂਪਰੇਚਰ ਜੀ 121 ਡਿਗਰੀ ਸੈਲਸੀਅਸ ਹੁੰਦਾ। 121 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੈ ਉਹ ਆਊਟੋਕਲੇਵ ਦੇ ਵਿੱਚ ਰੱਖਿਆ ਜਾਂਦਾ ਹੈ, ਠੀਕ ਹੈ, ਸਟਰਲਾਈਜੇਸ਼ਨ ਮੈਥਡ ਦੇ ਲਈ। ਅਗਲਾ ਜੀ ਆਊਟੋਕਲੇਵ ਲਈ ਕਿਹੜੀਆਂ ਜ਼ਰੂਰੀ ਸ਼ਰਤਾਂ ਹੁੰਦੀਆਂ ਹਨ, ਮਤਲਬ ਕਿਹੜੀਆਂ ਕੰਡੀਸ਼ਨਸ ਦੀ ਜ਼ਰੂਰਤ ਹੁੰਦੀ ਹੈ ਅਗਰ ਤੁਸੀਂ ਆਊਟੋਕਲੇਵ ਨੂੰ ਚਲਾਉਣਾ ਹੈ। ਦੇਖੋ ਆਊਟੋਕਲੇਵ ਦੇ ਵਿੱਚ 121 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਹੋਣਾ ਚਾਹੀਦਾ ਹੈ ਅਤੇ 15 LB ਦਾ ਪ੍ਰੈਸ਼ਰ ਹੋਣਾ ਚਾਹੀਦਾ, ਉਹਦੇ 'ਚ ਪ੍ਰੈਸ਼ਰ ਵੀ ਪੈਣਾ ਚਾਹੀਦਾ, ਠੀਕ ਹੈ। ਕਿੰਨੇ ਟਾਈਮ ਲਈ ਆਪਾਂ ਪ੍ਰੋਸੀਜਰ ਕਰਦੇ ਹਾਂ, 20 ਮਿੰਟਸ ਲਈ। 20 ਮਿੰਟ ਲਈ ਲਗਾਤਾਰ ਆਪਾਂ 121 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਤੇ 15 LB ਦਾ ਪ੍ਰੈਸ਼ਰ, ਠੀਕ ਹੈ, ਇਹਦੇ 'ਚ ਮੇਨਟੇਨ ਕਰਨਾ ਹੁੰਦਾ। ਆਪਣੇ ਜੋ ਵੀ ਇਕਵਿਪਮੈਂਟਸ ਵਗੈਰਾ ਹੁੰਦੇ ਨੇ ਜਾਂ ਇੰਸਟਰੂਮੈਂਟਸ ਹੁੰਦੇ ਨੇ ਇਹਨਾਂ ਨੂੰ ਸਟਰਲਾਈਜ਼ ਕਰਨ ਦੇ ਲਈ। ਆਊਟੋਕਲੇਵ ਵਿੱਚ ਕਿਹੜਾ ਸਿਧਾਂਤ ਲਾਗੂ ਹੁੰਦਾ ਹੈ, ਮਤਲਬ ਪ੍ਰਿੰਸੀਪਲ ਕਿਹੜਾ ਇਨਵੋਲਵ ਹੁੰਦਾ ਜੀ ਇਹਦੇ ਵਿੱਚ ਹੁੰਦਾ ਸਟੀਮ ਅੰਡਰ ਪ੍ਰੈਸ਼ਰ, ਮਤਲਬ ਪ੍ਰੈਸ਼ਰ ਬਣਨ ਦੇ ਨਾਲ ਜਿਹੜੀ ਸਟੀਮ ਪੈਦਾ ਹੁੰਦੀ ਹੈ ਉਹਦੇ ਕਰਕੇ ਸਟਰਲਾਈਜੇਸ਼ਨ ਹੁੰਦੀ ਹੈ। ਕਿਉਂਕਿ ਆਪਾਂ 121 ਡਿਗਰੀ ਸੈਲਸੀਅਸ ਦੇ ਟੈਂਪਰੇਚਰ ਤੇ ਸਟੀਮ ਬਣਾਉਂਦੇ ਹਾਂ ਤੇ ਉਹ ਜਿਹੜੀ ਸਟੀਮ ਕੀ ਕਰਦੀ ਹੈ, ਅੱਗੇ ਪ੍ਰੈਸ਼ਰ ਕ੍ਰੀਏਟ ਕਰਦੀ ਹੈ। ਕਿੰਨਾ ਪ੍ਰੈਸ਼ਰ ਹੁੰਦਾ, 15 LB ਦਾ, ਹੈ ਨਾ। 15 LBS ਦਾ ਪ੍ਰੈਸ਼ਰ ਜਿਹੜਾ ਹੁੰਦਾ ਉਹਦੇ ਨਾਲ ਕੀ ਹੁੰਦਾ, ਇਹ ਸਟੀਮ ਅੰਡਰ ਪ੍ਰੈਸ਼ਰ ਦੀ ਕੰਡੀਸ਼ਨ ਬਣ ਜਾਂਦੀ ਹੈ ਤੇ ਇਹਦੇ ਵਿੱਚ ਜਿਹੜੇ ਆਪਣੇ ਆਊਟੋਕਲੇਵ ਹੁੰਦਾ ਉਹਦੇ ਵਿੱਚ ਸਟਰਲਾਈਜੇਸ਼ਨ ਕੀਤੀ ਜਾਂਦੀ ਹੈ। ਕੱਚ ਦੀਆਂ ਵਸਤਾਂ ਨੂੰ ਕਿਸ ਤਰ੍ਹਾਂ ਕੀਟਾਣੂ ਰਹਿਤ ਕੀਤਾ ਜਾਂਦਾ ਹੈ, ਮਤਲਬ ਕਿ ਆਪਾਂ ਜਿਹੜੇ ਗਲਾਸਵੇਅਰਸ ਹੁੰਦੇ ਨੇ, ਕੱਚ ਦਾ ਜਿਹੜਾ ਵੀ ਇੰਸਟਰੂਮੈਂਟਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਸਟਰਲਾਈਜ਼ ਕਰਨਾ। ਇਹਦੇ ਵਿੱਚ ਇਹਦਾ ਆਨਸਰ ਆਏਗਾ ਜਿਹੜਾ ਕੱਚ ਦਾ ਸਮਾਨ ਹੈ ਆਪਾਂ ਉਹਨੂੰ ਹੌਟ 에ਅਰ ਓਵਨ ਨਾਲ ਸਟਰਲਾਈਜ਼ ਕਰਨਾ ਹੁੰਦਾ। ਹੌਟ 에ਅਰ ਓਵਨ ਆਪਾਂ ਯੂਜ਼ ਕਰਦੇ ਹਾਂ ਜਿਹੜੇ ਗਲਾਸਿਸ ਦੇ ਇੰਸਟਰੂਮੈਂਟਸ ਹੁੰਦੇ ਨੇ ਉਹਨਾਂ ਦੇ ਲਈ, ਜਿਵੇਂ ਕਿ
ਗਲਾਸਿਸ ਦੇ ਇੰਸਟਰੂਮੈਂਟਸ ਕਿਹੜੇ ਹੁੰਦੇ ਨੇ, ਜਿਵੇਂ ਕਿ ਆਪਾਂ ਮੰਨ ਲਓ ਸਲਾਈਡਸ ਵਗੈਰਾ ਹੁੰਦੀਆਂ ਨੇ, ਜਾਂ ਲੈਬੋਰਟਰੀ ਦਾ ਸਮਾਨ ਹੁੰਦਾ ਜਿਹਦੇ ਵਿੱਚ ਟਿਊਬਸ ਵਗੈਰਾ ਆ ਜਾਂਦੀਆਂ ਨੇ ਗਲਾਸਿਸ ਦੀਆਂ, ਠੀਕ ਹੈ। ਇੱਦਾਂ ਦਾ ਜਿਹੜਾ ਹੁੰਦਾ ਸਮਾਨ ਉਹ ਆਪਾਂ ਹੌਟ 에ਅਰ ਓਵਨ ਦੇ ਵਿੱਚ ਕਰਦੇ ਹਾਂ। ਅਗਲਾ ਜੀ, ਹੌਟ 에ਅਰ ਓਵਨ ਵਿੱਚ ਕਿੰਨਾ ਤਾਪਮਾਨ ਰੱਖਿਆ ਜਾਂਦਾ ਹੈ, ਮਤਲਬ ਆਟੋਕਲੇਵ ਵਿੱਚ ਪੜ੍ਹਿਆ ਸੀ ਆਪਾਂ ਕਿੰਨਾ ਟੈਂਪਰੇਚਰ ਰਿਕੁਆਇਰਡ ਹੁੰਦਾ, ਤੇ ਹੁਣ ਹੌਟ 에ਅਰ ਓਵਨ ਦੇ ਵਿੱਚ ਕਿੰਨਾ ਟੈਂਪਰੇਚਰ ਰਿਕੁਆਇਰਡ ਹੁੰਦਾ। 160 ਡਿਗਰੀ ਸੈਲਸੀਅਸ ਫॉर 1 ਆਵਰ, ਠੀਕ ਹੈ। 1 ਘੰਟੇ ਦੇ ਲਈ ਆਪਾਂ 160 ਡਿਗਰੀ ਟੈਂਪਰੇਚਰ ਜਿਹੜਾ ਹੁੰਦਾ ਉਹ ਹੌਟ 에ਅਰ ਓਵਨ ਦੇ ਵਿੱਚ ਮੇਨਟੇਨ ਕਰਨਾ ਹੁੰਦਾ ਸਟਰਲਾਈਜੇਸ਼ਨ ਦੇ ਪ੍ਰੋਸੈਸ ਦੇ ਲਈ। ਕਿਹੜੀ ਚੀਜ਼ਾਂ ਸਟਰਲਾਈਜ਼ ਕਰਦੇ ਆਪਾਂ, ਗਲਾਸਵੇਅਰ ਜਾਂ ਕੱਚ ਦੀਆਂ ਚੀਜ਼ਾਂ ਨੂੰ। ਇਹਦੇ ਵਿੱਚ ਕਿਵੇਂ ਕਰਨਾ ਹੁੰਦਾ, ਉਹਨਾਂ ਨੂੰ ਆਪਾਂ ਠੀਕ ਹੈ ਕਾਟਨ ਦੇ ਵਿੱਚ ਰੈਪ ਕਰਕੇ ਹੌਟ 에ਅਰ ਓਵਨ ਦੇ ਵਿੱਚ ਰੱਖਣਾ ਹੁੰਦਾ। ਉਸ ਤੋਂ ਬਾਅਦ ਠੀਕ ਹੈ 160 ਡਿਗਰੀ ਸੈਲਸੀਅਸ ਦਾ ਟੈਂਪਰੇਚਰ 1 ਘੰਟੇ ਲਈ ਮੇਨਟੇਨ ਕਰਨਾ ਹੁੰਦਾ, ਜਾਂ 160 ਡਿਗਰੀ ਤੋਂ ਇਲਾਵਾ ਜਾਂ 180 ਡਿਗਰੀ ਸੈਲਸੀਅਸ ਦਾ ਟੈਂਪਰੇਚਰ। 180 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਕਿੰਨੇ ਟਾਈਮ ਲਈ, 30 ਮਿੰਟਸ ਲਈ, ਠੀਕ ਹੈ। 160 ਕਰਨਾ 1 ਘੰਟੇ ਲਈ, 180 ਕਰਨਾ 30 ਮਿੰਟ ਦੇ ਲਈ। ਅਗਲਾ ਹੈ ਜੀ ਬਾਏ ਪਾਸਚਰਾਈਜੇਸ਼ਨ, ਮਤਲਬ ਪਾਸਚਰਾਈਜੇਸ਼ਨ ਦੇ ਨਾਲ ਕੀ ਹੁੰਦਾ। ਪਾਸਚਰਾਈਜੇਸ਼ਨ ਦੇਖੋ ਕਿ ਇਹ ਇੱਕ ਪ੍ਰੋਸੈਸ ਹੈ, ਇੱਕ ਮੈਥਡ ਹੈ ਸਟਰਲਾਈਜੇਸ਼ਨ ਦਾ, ਠੀਕ ਹੈ। ਪਾਸਚਰਾਈਜੇਸ਼ਨ ਕਿਸ ਚੀਜ਼ ਦਾ ਕੀਤਾ ਜਾਂਦਾ, ਆਪਾਂ ਜ਼ਿਆਦਾਤਰ ਪਾਸਚਰਾਈਜੇਸ਼ਨ ਕਰਦੇ ਹਾਂ ਮਿਲਕ ਦਾ। ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਪਾਸਚਰਾਈਜੇਸ਼ਨ ਕਿਸ ਚੀਜ਼ ਦਾ ਕੀਤਾ ਜਾਂਦਾ, ਮਿਲਕ ਦਾ, ਦੁੱਧ ਦਾ। ਜਦੋਂ ਆਪਾਂ ਦੁੱਧ ਨੂੰ ਬੋਇਲ ਕਰਦੇ ਹਾਂ ਤਾਂ ਉਸ ਪ੍ਰੋਸੀਜਰ ਨੂੰ ਪਾਸਚਰਾਈਜੇਸ਼ਨ ਕਹਿੰਦੇ ਨੇ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਜੀ, ਪੈਥੋਜੈਨਿਕ ਫਾਰਮਸ ਆਰ ਰਿਮੂਵਡ, ਮਤਲਬ ਕੀਟਾਣੂਆਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਪਾਸਚਰਾਈਜੇਸ਼ਨ ਦੇ ਅੱਗੇ ਮੈਥਡ ਹੁੰਦੇ ਨੇ ਜਿਵੇਂ ਹਾਈ ਟੈਂਪਰੇਚਰ, ਅਲਟਰਾ ਹਾਈ ਟੈਂਪਰੇਚਰ। ਅਲੱਗ-ਅਲੱਗ ਟੈਂਪਰੇਚਰ ਦਾ ਮਤਲਬ ਅਲੱਗ-ਅਲੱਗ ਡਿਗਰੀ ਜਿਹੜਾ ਆਪਣਾ ਡਿਗਰੀ ਦਾ ਟੈਂਪਰੇਚਰ ਆ ਉਹ ਯੂਜ਼ ਕੀਤਾ ਜਾਂਦਾ, ਅਲੱਗ-ਅਲੱਗ ਟਾਈਮ ਯੂਜ਼ ਕੀਤਾ ਜਾਂਦਾ, ਠੀਕ ਹੈ। ਇਹਦੇ ਵਿੱਚ ਪਾਸਚਰਾਈਜੇਸ਼ਨ ਨਾਲ ਸਿਰਫ ਆਪਾਂ ਜਿਹੜੇ ਪੈਥੋਜੈਨਿਕ ਫਾਰਮਸ ਨੇ ਉਹਨਾਂ ਨੂੰ ਰਿਮੂਵ ਕਰ ਸਕਦੇ ਹਾਂ, ਸਪੋਰਸ ਨੂੰ ਆਪਾਂ ਰਿਮੂਵ ਨਹੀਂ ਕਰ ਸਕਦੇ, ਠੀਕ ਹੈ। ਪਾਸਚਰਾਈਜੇਸ਼ਨ ਕਿਸ ਚੀਜ਼ ਦੀ ਹੁੰਦੀ ਹੈ, ਮਿਲਕ ਦੀ ਕੀਤੀ ਜਾਂਦੀ ਹੈ ਨਾਰਮਲੀ। ਮਿਲਕ ਤੋਂ ਇਲਾਵਾ ਪਾਸਚਰਾਈਜੇਸ਼ਨ ਹੋਰ ਕਿਸ ਚੀਜ਼ ਦਾ ਕੀਤਾ ਜਾਂਦਾ, ਜਿਹੜੇ ਪੈਕੇਟ ਵਾਲੇ ਫੂਡ ਹੁੰਦੇ ਨੇ, ਠੀਕ ਹੈ। ਪੈਕੇਟ ਵਾਲੇ ਫੂਡ ਜਾਂ ਫਰੂਟ ਜੂਸ ਹੁੰਦਾ ਪੈਕੇਟ ਵਾਲਾ, ਇਹਨਾਂ ਚੀਜ਼ਾਂ ਨੂੰ ਆਪਾਂ ਪਾਸਚਰਾਈਜ਼ ਕਰਦੇ ਹਾਂ। ਹਾਂਜੀ, ਨੈਕਸਟ ਹੈ ਪਾਸਚਰਾਈਜੇਸ਼ਨ ਲਈ ਕਿੰਨੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ, ਮਤਲਬ ਟੈਂਪਰੇਚਰ ਕਿੰਨਾ ਚਾਹੀਦਾ ਪਾਸਚਰਾਈਜੇਸ਼ਨ ਪ੍ਰੋਸੀਜਰ ਦੇ ਲਈ। ਇਹਦੇ ਵਿੱਚ ਇਹਦਾ ਆਨਸਰ ਹੈ ਜੀ ਬਿਲੋ 100 ਡਿਗਰੀ ਸੈਲਸੀਅਸ। ਇਹਦੇ ਵਿੱਚ ਇੱਕ ਤਾਂ 63 ਡਿਗਰੀ ਸੈਲਸੀਅਸ ਟੈਂਪਰੇਚਰ ਹੁੰਦਾ ਜੋ ਕਿ 30 ਮਿੰਟਸ ਲਈ ਠੀਕ ਹੈ ਮੇਨਟੇਨ ਕੀਤਾ ਜਾਂਦਾ ਪਾਸਚਰਾਈਜੇਸ਼ਨ ਦੇ ਲਈ, ਸਟਰਲਾਈਜੇਸ਼ਨ ਦੇ ਲਈ। ਇੱਕ 72 ਡਿਗਰੀ ਸੈਲਸੀਅਸ ਹੁੰਦਾ ਜੋ ਕਿ 15 ਸੈਕਿੰਡਸ ਲਈ ਟੈਂਪਰੇਚਰ ਹੈਗਾ ਜਿਹੜਾ ਉਹ ਮੇਨਟੇਨ ਕੀਤਾ ਜਾਂਦਾ। ਇਹ ਦੋਨੇ ਅਲੱਗ-ਅਲੱਗ ਨੇ, ਠੀਕ ਹੈ। ਇਹ ਮਤਲਬ ਜਿਹੜਾ 72 ਡਿਗਰੀ ਸੈਲਸੀਅਸ ਵਾਲਾ ਇਹਨੂੰ ਹੋਲਡਿੰਗ ਮੈਥਡ ਕਹਿੰਦੇ ਨੇ, ਇਹਦੇ ਵਿੱਚ ਹਾਇਰ ਟੈਂਪਰੇਚਰ ਯੂਜ਼ ਕਰਦੇ ਆ, ਤੇ ਜਿਹੜਾ ਉੱਪਰ ਵਾਲਾ ਇਹਦੇ ਵਿੱਚ ਆਪਾਂ ਲੋ ਟੈਂਪਰੇਚਰ ਯੂਜ਼ ਕਰਦੇ ਆ। ਸੋ ਦੋਨੇ ਅਲੱਗ-ਅਲੱਗ ਟੈਂਪਰੇਚਰ ਨੇ ਜਿਹਦੇ ਉੱਪਰ ਪਾਸਚਰਾਈਜੇਸ਼ਨ ਦਾ ਪ੍ਰੋਸੈਸ ਹੈ ਜਿਹੜਾ ਕੀਤਾ ਜਾਂਦਾ ਹੈ। ਨੈਕਸਟ ਹੈ ਜੀ ਦ ਬੈਸਟ ਮੈਥਡ ਆਫ ਸਟਰਲਾਈਜੇਸ਼ਨ ਆਫ ਮਿਲਕ, ਮਤਲਬ ਦੁੱਧ ਨੂੰ ਕੀਟਾਣੂ ਰਹਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਕਿਹੜਾ ਤਰੀਕਾ ਜੀ ਸਭ ਤੋਂ ਵਧੀਆ, ਕਿਹੜਾ ਮੈਥਡ ਹੈ, ਪਾਸਚਰਾਈਜ਼ਿੰਗ, ਮਤਲਬ ਪਾਸਚਰਾਈਜੇਸ਼ਨ ਪ੍ਰੋਸੈਸ, ਠੀਕ ਹੈ। ਇਹ ਕੀ ਹੈ, ਇਹਦੇ ਨਾਲ ਆਪਾਂ ਦੁੱਧ ਨੂੰ ਸਟਰਲਾਈਜ਼ ਕਰਦੇ ਹਾਂ, ਮਤਲਬ ਕੀਟਾਣੂ ਰਹਿਤ ਕਰਦੇ ਹਾਂ, ਠੀਕ ਹੈ। ਪਾਸਚਰਾਈਜ਼ਿੰਗ ਮੈਥਡ ਜਿਹਦੇ ਵਿੱਚ ਆਪਾਂ ਦੁੱਧ ਨੂੰ ਬੋਇਲ ਕਰਦੇ ਹਾਂ ਬਟ ਬੋਇਲਿੰਗ ਪੁਆਇੰਟ ਤੋਂ ਬਿਲੋ ਹੁੰਦਾ ਟੈਂਪਰੇਚਰ।